कीर्तन राही संगतां नूं निहाल करनगे। संगतां दे चरनां 'च बेनती है कि वो प्रसंग है वो आरंभ होने लगा है। प्रसंग सरवण करिए। वाहिगुरू जी का खालसा, वाहिगुरू जी की फतेह। श्री नानक पद पंकज बंदन, पद पंकज बंदन। सिमरो अंगद दुख निकंदन, अमरदास हृदय नित त्यावो, नित त्यावो। श्री गुरु रामदास गुण गावो, श्री अर्जन विघ्नन के नाशक, विघ्नन के नाशक। हर गोबिंद शुभ समत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी, तेग बहादुर परम कृपाला जी, परम कृपाला। गुरु गोविंद सिंह बेसाला, तारों तरा तार पुन पुन सीसा जी, पुन पुन सीसा। बंदों बार बार जगदीशा, या मह अमृत ज्ञान है, माणक भगत बैराग। श्री गुरु ग्रंथ साहिब उदद, बंदों कर अनुराग। श्री गुरु ग्रंथ साहिब उदद, बंदों कर अनुराग। दंडौत बंधन अनक बार, सर्ब कला समरथ। डोलन ते राखो प्रभु, डोलन ते राखो प्रभु। नानक दे कर हाथ। मंद मंद सतगुर पुन चले, दिन दर्शन ते दुख दल मले। मिले सिख को बंधन ठाने, पुण्य आपस में मिले बखाने। परम सत्कारयोग हलत पलत दे रखियक भगत वत्सल कृपा निदान सतगुरु
ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਸਾਰਿਆਂ ਉੱਪਰ ਆਪਣੀ ਅਪਾਰ ਰਹਿਮਤ ਬਖਸ਼ਿਸ਼ ਕਰਕੇ ਸਾਨੂੰ ਸੰਧਿਆ ਸਮੇਂ ਦੇ ਦੀਵਾਨਾਂ ਵਿੱਚ ਆਪਣੀ ਅੰਮ੍ਰਿਤਮਈ ਗੋਦ ਅੰਦਰ ਜੁੜ ਬੈਠਣ ਦਾ, ਗੁਰਬਾਣੀ ਸੁਜਸ ਸਰਵਣ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ। ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਗੁਰ ਸ਼ਬਦ ਵਿਚਾਰ, ਜਿੰਦੇ ਵਿੱਚ ਆਪਾਂ ਨੇ ਕੱਲ ਤੱਕ ਭਾਈ ਸਾਹਿਬ ਜੀ ਪਾਸੋਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਉਹ ਗਾਥਾ, ਜਿਸ ਦੇ ਅੰਦਰ ਮੇਰੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਔਰੰਗਜ਼ੇਬ ਦੇ ਜੇਲ੍ਹ ਵਿੱਚ ਰਹਿੰਦਿਆਂ ਹੋਇਆਂ ਵੀ ਇੱਕ ਅਦੁੱਤੀ ਕੌਤਕ, ਇੱਕ ਮਹਾਨ ਬਖਸ਼ਿਸ਼ ਸਾਹਿਬ ਆਪਣੀ ਖੇਡ ਵਰਤਾਉਂਦੇ ਨੇ। ਇੱਕ ਗੁਰਸਿੱਖ ਪਿਆਰੇ ਦੇ ਘਰੇ ਉਹਦੇ ਪਿਆਰ ਦੀ ਭਾਵਨਾ ਨੂੰ ਸਮਝਦੇ ਹੋਏ ਪ੍ਰਸ਼ਾਦਾ ਛਕਣ ਜਾਂਦੇ ਨੇ। ਜਦ ਮੇਰੇ ਸਾਹਿਬ ਜੀ ਪ੍ਰਸ਼ਾਦਾ ਛਕਣ ਜਾਂਦੇ ਨੇ, ਉਹਨਾਂ ਨੂੰ ਉੱਥੇ ਕੁਝ ਕੁ ਮੁਸਲਮਾਨ ਵੀਰ ਦੇਖਦੇ ਨੇ ਤੇ ਉਹ ਕਿਸ ਢੰਗ ਦੇ ਨਾਲ ਨੌਰੰਗੇ ਦੇ ਪਾਸ ਗੁਰੂ ਸਾਹਿਬ ਜੀ ਦੀ ਅਤੇ ਉਸ ਸਿੱਖ ਦੀ ਸ਼ਿਕਾਇਤ ਕਰਦੇ ਨੇ। ਇਸ ਇਤਿਹਾਸ ਨੂੰ ਗੁਰੂ ਰਹਿਮਤ, ਗੁਰੂ ਬਖਸ਼ਿਸ਼ ਸਦਕਾ ਵਿਚਾਰਨ ਤੋਂ ਪਹਿਲਾਂ, ਸਾਂਝਾ ਕਰਨ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਦਾਸਰੇ ਦੇ ਸਿਰ ਉੱਪਰ ਮਿਹਰ ਭਰਿਆ ਹੱਥ ਰੱਖੋ, ਆਸ਼ੀਰਵਾਦ ਬਖਸ਼ੋ, ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦ ਮੰਦ ਸਤਿਗੁਰ ਪੁਨ ਚਲੇ, ਜਿਨ ਦਰਸ਼ਨ ਤੇ ਦੁਖ ਦਲ ਮਲੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਦ ਸੇਵਕ ਦੇ ਘਰ, ਸਿੱਖ ਦੇ ਘਰ ਪ੍ਰਸ਼ਾਦਾ ਛਕਿਆ ਤਾਂ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਸਹਿਜੇ ਸਹਿਜੇ ਉਹਦੇ ਘਰੋਂ ਜਾਂਦੇ ਨੇ। ਉਥੇ ਭਾਈ ਸੰਤੋਖ ਸਿੰਘ ਜੀ, ਇੱਕ ਬੜਾ ਪਿਆਰਾ ਮੇਰੇ ਸਤਿਗੁਰੂ ਦਾ, ਇੱਕ ਉਹਨਾਂ ਦੀ ਰਹਿਮਤ, ਉਹਨਾਂ ਦੀ ਬਖਸ਼ਿਸ਼, ਜਿੰਦੇ ਵਿੱਚ ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਨੇ ਇੰਨੀਆਂ ਰਹਿਮਤਾਂ ਭਰੀਆਂ ਨੇ। ਆਪਾਂ ਪੜ੍ਹਦੇ ਆ ਨਾ ਕਿ ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਉਹ ਦੁੱਖ ਚਲੇ ਜਾਂਦੇ ਨੇ ਜਦੋਂ ਆਪਣੇ ਸਤਿਗੁਰੂ ਦੇ ਦੀਦਾਰੇ ਕਰ ਲਈਏ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਐਸੇ ਸਤਿਗੁਰੂ ਜਿਨ ਦਰਸ਼ਨ ਤੇ ਦੁੱਖ ਦਲ ਮਲੇ, ਜਿਨ੍ਹਾਂ ਦੇ ਦੀਦਾਰਿਆਂ ਕਰਨ ਕਰਕੇ ਸਾਡੇ ਦੁੱਖ ਦੂਰ ਚਲੇ ਜਾਂਦੇ ਨੇ, ਸਾਡੇ ਦਲਿੱਦਰ ਦੂਰ ਚਲੇ ਜਾਂਦੇ ਨੇ। ਐਸੇ ਦੀਨ ਦਿਆਲ ਸਤਿਗੁਰੂ ਆਪਣੇ ਉਸ ਸਿੱਖ ਦੇ ਘਰੋਂ ਚੱਲਣਾ ਕਰਦੇ ਹਨ। ਮਿਲੇ ਸਿੱਖ ਕੋ ਬੰਧਨ ਠਾਨੈ, ਪੁਨ ਆਪਸ ਮਹਿ ਮਿਲੇ ਬਖਾਨੈ। ਸਾਹਿਬ ਜੀ ਨੂੰ ਆਗਿਆ ਦੇ ਕਰਕੇ, ਸਾਹਿਬ ਜੀ ਦੇ ਅੱਗੇ ਤਰਲਾ ਕਰਕੇ ਕਿ ਸੱਚੇ ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟਾਨ ਸ਼ੁਕਰ ਆ, ਸਾਡੇ ਘਰ ਵਿੱਚ ਆਪ ਜੀ ਨੇ ਚਰਨ ਪਾਏ। ਇਸ ਤੋਂ ਬਾਅਦ ਉਹ ਦੋਵੇਂ ਸਿੱਖ ਆਪਸ ਵਿੱਚ ਗੱਲਬਾਤ ਕਰਦੇ ਨੇ। ਕੀ ਗੱਲਬਾਤ ਕਰਦੇ ਨੇ ਭਾਈ ਸਾਹਿਬ ਜੀ ਅੱਗੇ ਸਮਝਾਉਂਦੇ ਹਨ। ਸ਼੍ਰੀ ਪ੍ਰਭ ਸਰਬ ਭਾਂਤ ਸਮਰੱਥ, ਚਾਹੈ ਸੋ ਕਰੈ ਤਰੈ ਸਿਰ ਹੱਥ। ਆਪਸ ਵਿੱਚ ਗੱਲਾਂ ਕਰਦੇ ਨੇ। ਇੱਕ ਸਿੱਖ ਦੂਜੇ ਸਿੱਖ ਨੂੰ ਕਹਿੰਦਾ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਐਸੇ ਸਮਰੱਥ ਦਾਤਾਰ ਹਨ, ਇੰਨੇ ਕੁ ਜ਼ਿਆਦਾ ਸਮਰੱਥ ਨੇ, ਜੇ ਕਿਸੇ ਦੇ ਸਿਰ ਉੱਪਰ ਹੱਥ ਰੱਖ ਦੇਣ, ਉਹਦੇ ਜਗਤ ਦੇ ਵਿੱਚ ਵੀ ਆਉਣਾ ਸਫਲਾ ਹੋਇਆ, ਉਹਦੇ ਪਲਤ ਵਿੱਚ ਬਾਂਹ ਫੜਨ ਵਾਲਾ ਵੀ ਸਤਿਗੁਰੂ ਨਾਨਕ ਆਪ ਹੋਏਗਾ। ਸਮਝਾਉਂਦੇ ਨੇ ਕਿ ਐਸੇ ਦੀਨ ਦਿਆਲ ਸਤਿਗੁਰੂ ਨੇ ਸਾਡੇ ਉੱਪਰ ਤਰਸ ਕਰਕੇ, ਸਾਡੇ ਉੱਪਰ ਰਹਿਮਤ ਕਰਕੇ ਸਾਡੇ ਘਰ ਵਿੱਚ ਚਰਨ ਪਾਏ ਹਨ। ਸਕਲ ਜਗਤ ਸਿਰਜਨ ਅਰ ਪਾਲਨ, ਕਰਹਿ ਸ਼ਨਕ ਮੈਂ ਸਭ ਕੋ ਘਾਲਨ। ਕਹਿਣ ਲੱਗੇ ਐਸੇ ਸਤਿਗੁਰੂ ਨੇ, ਜੇ ਉਹਨਾਂ ਦੀ ਰਜ਼ਾ ਹੋਵੇ, ਉਹਨਾਂ ਦੀ ਮੌਜ ਹੋਵੇ, ਉਹਨਾਂ ਦੀ ਨਜ਼ਰ ਹੋਵੇ, ਤੇ ਉਹ ਸਾਰੇ ਸੰਸਾਰ ਨੂੰ ਪਾਲ ਰਹੇ ਨੇ। ਤੇ ਜੇ ਕਿਤੇ ਉਹ ਆਪਣੀ ਇੱਕ ਖੇਡ ਇਹ ਵੀ ਵਰਤਾ ਦੇਣ
ਕਿ ਉਹਨਾਂ ਨੂੰ ਲੱਗੇ ਕਿ ਇਸ ਸ੍ਰਿਸ਼ਟੀ ਨੂੰ ਸਮੇਟਣਾ ਹੈ। ਕਹਿਣ ਲੱਗੇ ਉਹ ਫਿਰ ਇੱਕ ਤਤ ਛਿਨ ਦੇ ਵਿੱਚ, ਸਾਹਿਬ ਜੀ ਦਾ ਆਪਾਂ ਬਚਨ ਪੜ੍ਹਦੇ ਆ ਨਾ ਕਿ ਉਸ ਦਾਤਾਰ ਦੇ ਵਿੱਚ ਤੇ ਇੰਨੀ ਸ਼ਬਦਤਾ ਆ, ਹਰਨ ਭਰਨ ਜਾ ਕਾ ਨੇਤਰ ਫੋਰ, ਏਡੀ ਵੱਡੀ ਉਹਦੀ ਅਦੁੱਤੀ ਖੇਡ ਆ। ਕਹਿਣ ਲੱਗੇ ਐਸੇ ਹੀ ਸਮਰੱਥ ਸਤਿਗੁਰੂ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਸ੍ਰਿਸ਼ਟੀ ਨੂੰ ਪਾਲ ਵੀ ਰਹੇ ਨੇ ਤੇ ਇਹਨੂੰ ਨਾਸ਼ ਕਰਨ ਦੀ ਵੀ ਸਮਰੱਥਾ ਰੱਖਦੇ ਹਨ। ਸ਼ਕਤ ਮਹਿਤ ਤੇ ਮਹਿਤ ਧਰਤ ਹੈ, 10,000 ਕਾਜ ਕਰਤ ਹੈ। ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਇੰਨੀਆਂ ਕੁ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਨੇ, ਇੰਨੀਆਂ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਨੇ। ਮਹੱਤ ਦਾ ਅਰਥ ਹੁੰਦਾ ਵੱਡੀ ਤੋਂ ਵੱਡੀ। ਕਹਿਣ ਲੱਗੇ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਨੇ, ਉਹਨਾਂ ਦੇ ਹਜ਼ਾਰਾਂ ਕਰੋੜਾਂ ਜਿੰਨੇ ਮਰਜ਼ੀ ਸੇਵਕ ਹੋਣ, ਬੇਅੰਤ ਸੇਵਕ ਹੋਣ, ਜੇ ਸਾਰੇ ਹੱਥ ਜੋੜ ਕੇ ਤਰਲਾ ਕਰਨਾ ਸੱਚੇ ਪਾਤਸ਼ਾਹ ਸਾਨੂੰ ਬਖਸ਼ ਲੈ। ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਨੇ ਸਮਰੱਥ ਹਨ, ਉਹਨਾਂ ਨੂੰ ਤਤ ਛਿਨ ਵਿੱਚ ਉਹਨਾਂ ਦਾ ਉਧਾਰ ਕਰ ਸਕਦੇ ਨੇ, ਉਹਨਾਂ ਨੂੰ ਮਾਫ ਕਰ ਸਕਦੇ ਨੇ, ਉਹਨਾਂ ਨੂੰ ਬਖਸ਼ਣ ਹਾਰੇ ਹਨ। ਅਬ ਤੁਰਕੇਸ਼ੁਰ ਕੈਦ ਪਰੇ ਹੈ, ਕੋ ਜਾਣੇ ਕਿਮ ਸ਼ਿਮਾ ਤਰੇ ਹੈ। ਬਲਿਹਾਰੇ ਜਾਈਏ ਭਾਈ ਸੰਤੋਖ ਸਿੰਘ ਜੀ ਤੋਂ, ਜਿਨ੍ਹਾਂ ਨੇ ਐਸੀ ਭਾਵਨਾ ਨਾਲ ਇਤਿਹਾਸ ਲਿਖਿਆ। ਬੇਨਤੀ ਕਰਾਂ ਅੱਜ ਸਾਨੂੰ ਸਮਝਣ ਦੇ ਵਿੱਚ ਟਪਲਾ ਲੱਗ ਰਿਹਾ ਆ, ਉਹਨਾਂ ਨੇ ਸ਼ਾਇਦ ਲਿਖਣ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ। ਜਿਹੜਾ ਬੰਦਾ ਖਿਆਲ ਨਾਲ ਪੜ੍ਹੇਗਾ, ਧਿਆਨ ਨਾਲ ਪੜ੍ਹੇਗਾ, ਤਰਕ ਕਰਨ ਨੂੰ ਤੁਸੀਂ ਜਿਹੜੀ ਮਰਜ਼ੀ ਗੱਲ ਉੱਪਰ ਕਰ ਲਵੋ। ਇੱਥੇ ਭਾਈ ਸੰਤੋਖ ਸਿੰਘ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ ਹੈ। ਕਹਿਣ ਲੱਗੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੇਲ੍ਹ ਦੇ ਵਿੱਚ ਨਹੀਂ ਰੱਖਿਆ ਹੋਇਆ, ਸਗੋਂ ਗੁਰੂ ਸਾਹਿਬ ਜੀ ਨੇ ਤਰਸ ਕਰਕੇ ਜੇਲ੍ਹ ਦੇ ਵਿੱਚ ਆਉਣਾ ਕੀਤਾ ਆ। ਬੜੀ ਪਿਆਰੀ ਗੱਲ ਸਮਝਾਈ। ਕਹਿਣ ਲੱਗੇ ਔਰੰਗਜ਼ੇਬ ਦੀ ਕੋਈ ਔਕਾਤ ਨਹੀਂ, ਉਹ ਕਿਸੇ ਅਹਿਮੀਅਤ ਦਾ ਮਾਲਕ ਨਹੀਂ ਕਿ ਦੀਨ ਦੁਨੀਆ ਦੇ ਮਾਲਕ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਕੈਦ ਵਿੱਚ ਰੱਖ ਸਕਦਾ ਹੋਵੇ। ਇਹ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬਿਰਦ ਆ, ਉਹ ਆਪ ਚੱਲ ਕੇ ਇਸ ਔਰੰਗੇ ਦੀ ਜੇਲ੍ਹ ਨੂੰ ਭਾਗ ਲਾਉਣ ਆਏ ਨੇ। ਭਾਈ ਸੰਤੋਖ ਸਿੰਘ ਜੀ ਨੇ ਇਹ ਬੜੀ ਪਿਆਰੀ ਗੱਲ ਸਾਨੂੰ ਸਮਝਾਈ। ਨਾਹੇ ਤਾਂ ਸੁਤ ਬਨਤਾ ਸਭ ਸਾਜ, ਅਰ ਤੁਰਕਨ ਕੋ ਜਹ ਲਗ ਰਾਜ। ਕਹਿਣ ਲੱਗੇ ਇਹ ਸਾਹਿਬ ਜੀ ਦੀ ਰਜਾਈ ਏ, ਜਿਹੜੇ ਜੇਲ੍ਹ ਵਿੱਚ ਆਣ ਕੇ ਬੈਠੇ ਹੋਏ ਨੇ ਤੇ ਪਤਾ ਹੀ ਨਹੀਂ ਔਰੰਗੇ ਨੂੰ ਕਿਹੜੀ ਭਾਵਨਾ ਨਾਲ, ਕੈਸੀ ਬਖਸ਼ਿਸ਼ ਦੇ ਨਾਲ ਉਹਨੂੰ ਸ਼ਿਮਾ ਕਰ ਰਹੇ ਨੇ। ਇਹ ਦਾਤੇ ਦੀ ਇੱਕ ਅਦੁੱਤੀ ਖੇਡ ਆ। ਜੈਸਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ, ਇਹ ਕਰ ਕਰੇ ਸੋ ਇਹ ਕਰ ਪਾਏ। ਦਾਤੇ ਨੇ ਇਹ ਪਿਆਰੀ ਖੇਡ ਬਣਾਈ ਜੇ। ਪਰ ਉਹ ਦੋਵੇਂ ਸਿੱਖ ਆਪਸ ਵਿੱਚ ਗੱਲ ਕਰਦੇ ਨੇ। ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਪਤਾ ਨਹੀਂ ਕਿਹੜੀ ਮੌਜ ਦੇ ਵਿੱਚ ਆਣ ਕੇ, ਕਿਹੜੀ ਰਹਿਮਤ ਦੇ ਵਿੱਚ ਆਣ ਕੇ ਔਰੰਗੇ ਦਾ ਇਹ ਔਗਣ ਵੀ ਨਹੀਂ ਜਤਾਰਦੇ ਪਏ। ਕਹਿਣ ਲੱਗੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਵੱਲ ਵੇਖੀਏ ਤਾਂ ਉਹ ਐਸੀ ਸਮਰੱਥਾ ਦੇ ਮਾਲਕ ਨੇ, ਔਰੰਗੇ ਦਾ ਪਰਿਵਾਰ ਹੋਵੇ, ਉਹਦਾ ਰਾਜ ਹੋਵੇ, ਉਹਦੇ ਉਹ ਰਾਜਸੀ ਲੋਕ ਜਿਹੜੇ ਉਹਦੀ ਚਾਪਲੂਸੀ ਕਰਦੇ ਨੇ। ਕਹਿਣ ਲੱਗੇ ਸਾਹਿਬ ਜੀ ਤਤ ਛਿਨ ਵਿੱਚ ਉਹਨਾਂ ਦਾ ਨਿਗਾਰ ਕਰ ਸਕਦੇ ਹਨ। ਏਕ ਬੋਲਤੇ ਦੇ ਬਿਨਾਸ਼, ਜਥਾ ਬਜਰ ਗਿਰ ਜੁਤ ਤੁਰ ਕਾਸ। ਕਹਿਣ ਲੱਗੇ ਸਾਹਿਬ ਜੀ ਤੇ ਇੱਕ ਬੋਲ ਦੇ ਨਾਲ ਇਹਨਾਂ ਸਾਰਿਆਂ ਦਾ ਨਾਸ਼ ਕਰ ਸਕਦੇ ਨੇ। ਭਾਈ ਸਾਹਿਬ ਜੀ ਨੇ ਉਦਾਹਰਨ ਬੜੀ ਸੋਹਣੀ ਦਿੱਤੀ। ਕਹਿਣ ਲੱਗੇ ਜਿਵੇਂ ਇੱਕ ਭਾਰਾ ਪੱਥਰ ਕਿਸੇ ਛੋਟੇ ਦਰਖਤ ਦੇ ਬੂਟੇ ਉੱਪਰ ਡਿੱਗ ਪਵੇ ਨਾ, ਜਾਂ ਕਿਤੇ ਉੱਚੇ ਪਹਾੜਾਂ ਤੋਂ ਜਦੋਂ ਪੱਥਰ ਢਹਿੰਦੇ ਨੇ, ਡਿੱਗਦੇ ਨੇ, ਉਹ ਫਿਰ ਰਸਤੇ ਵਿੱਚ ਆਉਣ ਵਾਲੇ ਹਰ ਵੱਡੇ ਛੋਟੇ ਦਰਖਤ ਨੂੰ ਜੜੋਂ ਖਾੜਦੇ ਜਾਂਦੇ ਨੇ, ਜਦੋਂ ਕਿਤੇ ਪਹਾੜ ਟੁੱਟਦੇ ਨੇ। ਕਹਿਣ ਲੱਗੇ ਸਾਹਿਬ ਜੀ ਤੇ ਪਤਾ ਨਹੀਂ ਕਿਹੜੀ ਮੌਜ ਦੇ ਵਿੱਚ ਆਣ ਕੇ ਇਹ ਕੌਤਕ ਵਰਤਾ ਰਹੇ ਨੇ। ਨਹੀਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇੰਨੀ ਸ਼ਕਤੀ ਦੇ ਮਾਲਕ ਨੇ, ਇੰਨੀਆਂ ਰਹਿਮਤਾਂ ਦੇ ਮਾਲਕ ਨੇ, ਉਹ ਚਾਹਣ ਤੇ ਇੱਕ ਬੋਲ ਦੇ ਨਾਲ ਔਰੰਗੇ ਦਾ ਰਾਜ ਭਾਗ ਵੀ ਜਾਵੇ, ਉਹਦਾ ਪਰਿਵਾਰ ਵੀ ਜਾਵੇ, ਉਹਦਾ ਸਾਰਾ ਕੁਝ ਜਾ ਸਕਦਾ ਆ। ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੀ ਸਮਝ ਤੋਂ ਬਾਹਰ, ਸਾਡੇ ਵਿਚਾਰ ਵਿੱਚ ਉਹ ਗੱਲ ਨਹੀਂ ਆ ਰਹੀ ਜਿਹੜੀ ਉਹ ਸਾਨੂੰ ਸਮਝਾਉਣਾ ਚਾਹੁੰਦੇ ਹਨ। ਮਹਾਤਾਨ ਜੁਤ ਬੈ ਨਿਤਾਣੇ, ਕਾਰਨ ਕੌਣ ਸਕੈ ਨਹਿ ਜਾਣੇ। ਕਹਿਣ ਲੱਗੇ ਸਮਝ ਨਹੀਂ ਆਉਂਦੀ, ਸਾਹਿਬ ਜੀ ਕੋਲ ਇੰਨੀ ਸ਼ਕਤੀ ਵੀ ਹੈ, ਇੰਨਾ ਤਾਣ ਵੀ ਹੈ। ਕਹਿਣ ਲੱਗੇ ਮਹਾਤਾਨ ਜੁਤ ਭਏ ਨੇ ਤਾਣੇ। ਕਿਹੜੀ ਗੱਲ ਹੋ ਗਈ
ਸਾਹਿਬ ਜੀ ਦੇ ਵਿੱਚ ਇੰਨੀ ਤਾਕਤ ਆ, ਸਮਰੱਥਾ ਆ, ਪਰੰਤੂ ਫਿਰ ਵੀ ਉਹਨੂੰ ਵਰਤ ਨਹੀਂ ਰਹੇ ਗਏ। ਕਹਿਣ ਲੱਗੇ ਕਾਰਨ ਕੌਣ, ਸਕੈ ਨਾ ਜਾਣੈ, ਅਸੀਂ ਨਹੀਂ ਜਾਣ ਸਕਦੇ ਉਹ ਕਿਹੜਾ ਕਾਰਨ ਆ ਜਿੰਦੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਚੁੱਪ ਨੇ। ਇਹ ਗੱਲ ਭਾਈ ਸੰਤੋਖ ਸਿੰਘ ਜੀ ਨੇ ਸ਼ਾਇਦ ਤਾਂ ਲਿਖੀ, ਜਦ ਅਸੀਂ ਥੋੜਾ ਜਿਹਾ ਪਿਛੋਕੜ ਪੜ੍ਹਦੇ ਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ, ਉਹਦੇ ਵਿੱਚ ਇੱਕ ਬੜੀ ਪਿਆਰੀ ਗਾਥਾ ਆਉਂਦੀ ਜੀ। ਮੈਂ ਥੋੜਾ ਜਿਹਾ ਉਹਨੂੰ ਟੂਕ ਮਾਤਰ ਨਾਲ ਲੈ ਕੇ ਚੱਲਣਾ ਹੈ। ਮੇਰੇ ਦਾਤਾਰ ਸੱਚੇ ਪਾਤਸ਼ਾਹ ਜੀ ਅੱਜ ਜੰਗ ਦੇ ਵਿੱਚ ਤਲਵਾਰ ਚਲਾਉਂਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿ ਦਿੰਦੇ ਨੇ ਤੂੰ ਤਿਆਗਮਲ ਨਹੀਂ, ਤੂੰ ਤੇਗ ਬਹਾਦਰ ਆ। ਅੱਜ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਰੀਰ ਛੱਡਦੇ ਨੇ ਨਾ, ਗੁਰਤਾ ਗੱਦੀ ਦਿੰਦੇ ਨੇ ਪੋਤਰੇ ਨੂੰ, ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ। ਤੇ ਬੇਬੇ ਨਾਨਕੀ ਜੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਧਰਮ ਸੁਪਤਨੀ ਨੇ, ਮਹਿਲ ਨੇ, ਉਹ ਇੱਕ ਗੱਲ ਕਹਿਣ ਲੱਗੇ, ਸਵਾਮੀ ਜੀ ਗੁਰਤਾ ਗੱਦੀ ਇਹ ਗੁਰੂ ਨਾਨਕ ਦੇ ਘਰ ਦੀ ਹੈ, ਇਹਦੇ ਵਿੱਚ ਆਪਾਂ ਕੋਈ ਜ਼ੋਰ ਨਹੀਂ ਲਾ ਸਕਦੇ, ਕੋਈ ਧੱਕਾ ਨਹੀਂ, ਪਰੰਤੂ ਮੈਂ ਦੋਵੇਂ ਹੱਥ ਜੋੜ ਇੱਕ ਬੇਨਤੀ ਕਰਦੀ ਹਾਂ ਕਿ ਸਾਹਿਬ ਜੀ ਤੁਹਾਡਾ ਤੇਗ ਬਹਾਦਰ ਵੀ ਤੇ ਬੜਾ ਲਾਇਕ ਆ ਨਾ। ਤੁਸੀਂ ਜਿਸ ਤਰੀਕੇ ਨਾਲ, ਜਿਸ ਢੰਗ ਨਾਲ ਆਪਣੇ ਪੋਤਰੇ ਹਰ ਰਾਏ ਦੇ ਉੱਪਰ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਨੇ, ਇੱਕ ਰਹਿਮਤ ਕਰੋ ਨਾ ਆਪਣੇ ਇਸ ਸਭ ਤੋਂ ਛੋਟੇ ਸੁਪੁੱਤਰ ਉੱਪਰ ਵੀ ਕੋਈ ਰਹਿਮਤ ਬਖਸ਼ਿਸ਼ ਕਰਦੇ ਜਾਓ। ਪ੍ਰਿੰਸੀਪਲ ਸਤਬੀਰ ਸਿੰਘ ਦੇ ਉਹ ਬੜੇ ਪਿਆਰੇ ਬੋਲ ਨੇ, ਉਹਨਾਂ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਦੱਸਿਆ, ਕਹਿਣ ਲੱਗੇ ਜਦੋਂ ਸਾਹਿਬ ਜੀ ਨੇ ਸਰੀਰ ਤਿਆਗਣਾ ਸੀ, ਛੱਡਣਾ ਸੀ, ਉਸ ਸਮੇਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇੱਕ ਪੋਥੀ ਗੁਰਬਾਣੀ ਦੀ, ਤਿੰਨ ਚੀਜ਼ਾਂ ਨੇ, ਇੱਕ ਗੁਰਬਾਣੀ ਦੀ ਪੋਥੀ, ਇੱਕ ਕਟਾਰ ਤੇ ਇੱਕ ਰੁਮਾਲ ਦਿੱਤਾ। ਮੈਂ ਫਿਰ ਦੁਹਰਾ ਦੇਵਾਂ, ਇੱਕ ਗੁਰਬਾਣੀ ਦੀ ਪੋਥੀ ਦਿੱਤੀ, ਇੱਕ ਸਾਹਿਬ ਜੀ ਨੇ ਕਟਾਰ ਦਿੱਤੀ ਤੇ ਇੱਕ ਰੁਮਾਲ ਦਿੱਤਾ। ਪ੍ਰਿੰਸੀਪਲ ਸਤਬੀਰ ਸਿੰਘ ਇਹਨਾਂ ਤਿੰਨਾਂ ਗੱਲਾਂ ਨੂੰ ਬੜੇ ਸੁਚੱਜੇ ਢੰਗ ਨਾਲ ਲਿਖਦੇ ਨੇ। ਕਹਿਣ ਲੱਗੇ ਐ ਗੁਰੂ ਖਾਲਸਾ ਯਾਦ ਰੱਖੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰ ਨੂੰ ਗੁਰਬਾਣੀ ਦੀ ਪੋਥੀ ਤਾਂ ਦਿੱਤੀ, ਐ ਪੁੱਤਰ ਤੂੰ ਇਸ ਗੁਰਬਾਣੀ ਨਾਲ ਜੁੜਿਆ ਰਹੀਂ, ਮੈਂ ਤੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲੈ ਕੇ ਆਉਣਾ ਆ, ਤਾਂ ਪੋਥੀ ਦਿੱਤੀ। ਕਹਿਣ ਲੱਗੇ ਕਟਾਰ ਤਾਂ ਦਿੱਤੀ, ਐ ਪੁੱਤਰ ਮੈਂ ਕਦੇ ਤੈਨੂੰ ਤੱਕਿਆ ਸੀ, ਤੂੰ ਉਸ ਜੰਗ ਦੇ ਵਿੱਚ ਬੜੇ ਬਹਾਦਰੀ ਦੇ ਨਾਲ ਤੇਗ ਚਲਾਈ ਤੇ ਮੈਂ ਤੈਨੂੰ ਨਾਮ ਦਿੱਤਾ ਤੇਗ ਬਹਾਦਰ। ਪੁੱਤਰ ਮੈਨੂੰ ਪਤਾ ਲੱਗ ਗਿਆ ਤੂੰ ਤੇਗ ਬੜੀ ਤੇਜ਼ੀ ਨਾਲ ਚਲਾ ਸਕਦਾ ਆ, ਬੜੀ ਬਹਾਦਰੀ ਨਾਲ ਚਲਾ ਸਕਦਾ ਆ। ਕੱਲ ਨੂੰ ਗੈਰਾਂ ਮਜਲੂਮਾਂ ਦੀ ਖਾਤਰ, ਕੱਲ ਨੂੰ ਉਹਨਾਂ ਲੋਕਾਂ ਦੀ ਖਾਤਰ ਜਿਹੜੇ ਸੰਸਾਰ ਦੇ ਵਿੱਚ ਮਜਲੂਮ ਨੇ ਜਾਂ ਜਿਹੜੇ ਡਰਪੋਕ ਨੇ, ਜਿਹੜੇ ਡਰਾਕਲ ਨੇ, ਪੁੱਤਰ ਕੱਲ ਉਹਨਾਂ ਦੀ ਖਾਤਰ ਤੈਨੂੰ ਦਿੱਲੀ ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਬੈਠ ਕੇ ਇਹ ਕਟਾਰ ਦਾ ਇੱਕ ਵੱਡਾ ਰੂਪ ਤੇਗ ਆਪਣੇ ਸੀਸ ਉੱਪਰ ਚਲਵਾਉਣੀ ਪਏਗੀ। ਮੈਂ ਤਾਂ ਤੈਨੂੰ ਕਟਾਰ ਦੇ ਕੇ ਚੱਲਿਆ ਆ। ਸਾਹਿਬ ਜੀ ਨੇ ਇੱਕ ਰੁਮਾਲ ਦਿੱਤਾ ਸੀ। ਪ੍ਰਿੰਸੀਪਲ ਸਤਬੀਰ ਸਿੰਘ ਬੜਾ ਸੋਹਣਾ ਲਿਖਦੇ ਨੇ, ਕਹਿਣ ਲੱਗੇ ਉਹ ਰੁਮਾਲ ਨਹੀਂ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਚਾਦਰ ਦਿੱਤੀ ਸੀ, ਜਿਹੜੀ ਚਾਦਰ ਸਿਰਫ ਹਿੰਦੂਆਂ ਦੀ ਚਾਦਰ ਨਹੀਂ, ਕੱਲੇ ਹਿੰਦੁਸਤਾਨ ਦੀ ਚਾਦਰ ਨਹੀਂ, ਉਹ ਸਮੁੱਚੀ ਸ੍ਰਿਸ਼ਟੀ ਦੀ ਚਾਦਰ ਆ। ਜਿਹੜਾ ਵੀ ਮਜਲੂਮ ਹੋਏਗਾ, ਗੁਰੂ ਨਾਨਕ ਦਾ ਸਿੱਖ, ਗੁਰੂ ਤੇਗ ਬਹਾਦਰ ਮਹਾਰਾਜ ਦਾ ਸਿੱਖ, ਉਸ ਮਜਲੂਮ ਦੀ ਪੱਤ ਅੱਜ ਵੀ ਟਕਣ ਵਾਸਤੇ ਬੇਕਰਾਰ ਹੋਵੇਗਾ, ਅੱਜ ਵੀ ਉੱਠ ਖਲੋਏਗਾ। ਨਹੀਂ, ਮੇਰੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਦੂਜਿਆਂ ਦੀ ਲੱਜਪਤ ਰੱਖੀ ਏ, ਮੈਂ ਕਿਉਂ ਕਿਸੇ ਦੀ ਲੱਜਪਤ ਨਾ ਰੱਖਾਂ। ਇਹ ਸਾਨੂੰ ਇਤਿਹਾਸ ਸਿਖਾਉਂਦਾ ਆ। ਪਰੰਤੂ ਇਹ ਸਿੱਖ ਕਹਿੰਦੇ ਨੇ ਵੀ ਸੱਚੇ ਪਾਤਸ਼ਾਹ ਕੋਲ ਇੰਨੀ ਸ਼ਕਤੀ ਹੈ, ਪਰੰਤੂ ਰੱਬ ਜਾਣੇ ਉਹਨਾਂ ਦੇ ਕੀ ਕੌਤਕ ਨੇ, ਉਹ ਆਪਣਾ ਬਲ ਵਰਤ ਨਹੀਂ ਰਹੇ। ਸਭ ਛਿਤ ਮੈਂ ਸਿਮਰੇ ਜੈ ਕਹਾਂ, ਪਹੁੰਚੇ ਹੋਏ ਸਹਾਇਕ ਮਹਾ। ਕਹਿਣ ਲੱਗੇ ਜਿਹੜਾ ਵੀ ਸਿੱਖ ਪਿਆਰ ਦੇ ਨਾਲ ਆਪਣੇ ਸਤਿਗੁਰੂ ਨੂੰ ਯਾਦ ਕਰਦਾ ਨਾ, ਕਹਿਣ ਲੱਗੇ ਸਾਹਿਬ ਜੀ ਤੇ ਤਤ ਛਿਨ ਉੱਥੇ ਪਹੁੰਚ ਜਾਂਦੇ ਨੇ, ਉੱਥੇ ਆ ਜਾਂਦੇ ਨੇ। ਕੋਈ ਯਾਦ ਕਰੇ ਤੇ ਸਹੀ। ਬੜੇ ਪ੍ਰਸ਼ਨ ਕਰਦੇ ਨੇ, ਗਿਆਨੀ ਜੀ ਰੱਬ ਦੇ ਦਿਦਾਰੇ ਕਿਵੇਂ ਹੋਣ। ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛਿਆ, ਸੱਚੇ ਪਾਤਸ਼ਾਹ ਤੁਹਾਡੇ ਦਿਦਾਰੇ ਕਿਵੇਂ ਹੋਣ। ਸਾਹਿਬ ਜੀ ਕਹਿੰਦੇ ਕਦੇ ਨਾ ਆਉਣ ਵਾਲਿਆਂ ਨੇ ਮੰਗੇ ਹੀ ਨਹੀਂ, ਇਹਨਾਂ ਨੂੰ ਦਿਦਾਰੇ ਦਈਏ ਕੀ। ਇਹ ਮੰਗਦੇ ਨੇ ਧਨ, ਇਹ ਮੰਗਦੇ ਨੇ ਦੌਲਤ, ਇਹ ਮੰਗਦੇ ਨੇ ਸ਼ੌਹਰਤ। ਮੈਂ ਇਹਨਾਂ ਨੂੰ ਦੇ ਰਿਹਾ, ਮੈਂ ਇਹਨਾਂ ਤੋਂ ਮੁੱਖ ਨਹੀਂ ਮੋੜਿਆ ਵੀ ਮੈਂ ਤੁਹਾਨੂੰ ਧਨ ਨਹੀਂ ਦੇਣਾ, ਮੈਂ ਤੁਹਾਨੂੰ ਸ਼ੌਹਰਤ ਨਹੀਂ ਦੇਣੀ, ਮੈਂ ਮਾਣ ਮਰਤਬੇ ਨਹੀਂ ਦੇਣੇ, ਮੈਂ ਦੇ ਰਿਹਾ ਆ, ਪਰੰਤੂ ਕਦੇ ਦਰਸ਼ਨ ਮੰਗਣ ਹੀ ਨਹੀਂ ਆਉਂਦੇਗੇ। ਮੈਂ ਤਾਂ ਦਰਸ਼ਨ ਦੇਵਾਂ। ਇੱਥੇ ਉਹ ਗੁਰਸਿੱਖ ਪਿਆਰੇ ਸਾਨੂੰ ਸਮਝਾ ਰਹੇ ਨੇ। ਇਹ ਰਚਨਾ ਭਾਈ ਕਵੀਰਾਜ ਸੰਤੋਖ ਸਿੰਘ ਜੀ ਦੀ
ਉਹਨਾਂ ਨੇ ਸਾਨੂੰ ਸਮਝਾਇਆ। ਕਹਿਣ ਲੱਗੇ ਜਿਹੜਾ ਵੀ ਸਿੱਖ ਪਿਆਰ ਦੇ ਨਾਲ ਆਪਣੇ ਸਤਿਗੁਰੂ ਨੂੰ ਯਾਦ ਕਰੇਗਾ, ਮੇਰੇ ਸਾਹਿਬ ਜੀ ਆਪ ਉਹਨਾਂ ਨੂੰ ਆਣ ਕੇ ਦੀਦਾਰੇ ਦੇਣਗੇ। ਇਹ ਗਤ ਸੁਨੀ ਪਿਖੀ ਸਭ ਜਾਏ, ਕੈਦ ਪਰਨ ਗਤ ਲਖੀ ਨਾ ਜਾਏ। ਕਹਿਣ ਲੱਗੇ ਇਹ ਗੱਲ ਤੇ ਸੁਣਨ ਵਿੱਚ ਸਮਝ ਆਉਂਦੀ ਏ, ਵੇਖਣ ਵਿੱਚ ਸਮਝ ਆਉਂਦੀ ਏ ਕਿ ਗੁਰੂ ਸਾਹਿਬ ਜੀ ਇੰਨੀਆਂ ਸ਼ਕਤੀਆਂ ਦੇ ਮਾਲਕ ਨੇ, ਪਰੰਤੂ ਇਹ ਗੱਲ ਨਹੀਂ ਸਮਝ ਆਉਂਦੀ ਪਈ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਕੈਦ ਵਿੱਚ ਕਿਉਂ ਰੁਕੇ ਹੋਏ ਹਨ। ਸਭ ਘਟ ਘਟ ਕੀ ਜਾਣਨ ਹਾਰੇ, ਛਿਨ ਮੈਂ ਲੱਖੋਂ ਕੋਸ ਪਦਾਰੇ। ਕਹਿ ਲਗੇ ਸਤਿਗੁਰੂ ਤੇ ਹਰ ਪਲ, ਹਰ ਛਿਨ, ਹਰ ਸਵਾਸ ਆਪਣੇ ਸਿੱਖ ਦੀ ਜਾਣਦੇ ਨੇ, ਤੇ ਉਹਨਾਂ ਵਾਸਤੇ ਸਾਡੇ ਘਰੇ ਲੰਗਰ ਛਕਣਾ ਆਉਣਾ ਕੋਈ ਬਹੁਤੀ ਵੱਡੀ ਗੱਲ ਨਹੀਂ। ਉਹ ਤੇ ਇੱਕ ਛਿਨ ਦੇ ਵਿੱਚ ਕੋਟਾਂ ਮੀਲ ਪੈਣ ਦਾ ਤੈਅ ਕਰਕੇ ਸਾਡੇ ਕੋਲ ਆ ਸਕਦੇ ਹਨ। ਇਤ ਜਾਦਿਕ ਅਜਮਤ ਕੋ ਤਾਰੇ, ਛਪੀ ਨਹੀਂ ਬਿੱਤੀ ਜਗ ਸਾਰੇ। ਕਹਿ ਲਗੇ ਇਹ ਸਤਿਗੁਰਾਂ ਦੇ ਕੌਤਕ ਨੇ, ਇਹ ਕਿਸੇ ਤੋਂ ਲੁਕਿਆ ਨਹੀਂ। ਅੱਗੇ ਸਾਹਿਬ ਜੀ ਸਾਡੇ ਉੱਪਰ ਕਿਰਪਾ ਕਰਦੇ ਹਨ। ਤਉ ਕਸ਼ਟ ਕੋ ਸਹਿ ਸਰੀਰ, ਜਾਨੀ ਜਾਏ ਨਾ ਕਿਉ ਧਰ ਧੀਰ। ਕਹਿਣ ਲੱਗੇ ਸਮਝ ਨਹੀਂ ਆਉਂਦੀ ਭਾਈ ਕਿਹੜਾ ਕਾਰਨ ਹੋਵੇ ਜਿੰਦੇ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸਰੀਰ ਉੱਪਰ ਕਸ਼ਟ ਚੱਲ ਰਹੇ ਨੇ, ਪਰੰਤੂ ਸੰਸਾਰ ਦੇ ਭਲੇ ਖਾਤਰ, ਲੋਕਾਂ ਦੇ ਭਲੇ ਦੀ ਖਾਤਰ ਉਹਨਾਂ ਨੇ ਆਪਣੇ ਆਪ ਨੂੰ ਕੈਦ ਵਿੱਚ ਰੱਖਿਆ ਹੋਇਆ। ਮਿਲੇ ਪਰਸ ਪਰ ਸਿੱਖ ਏਮ ਕਹੈ, ਪੂਰਨ ਗੁਰੂ ਭੇਦ ਕਿਮਲ ਹੈ। ਕਹਿਣ ਲੱਗੇ ਅਸੀਂ ਵੀ ਬੜੇ ਲੰਮੇਰੇ ਸਮੇਂ ਤੋਂ ਸਤਿਗੁਰਾਂ ਦੀ ਸੰਗਤ ਕਰਦੇ ਆ ਰਹੇ ਹਾਂ, ਪਰੰਤੂ ਇਹ ਗੱਲ ਸਮਝ ਦੇ ਵਿੱਚ ਨਹੀਂ ਆਉਂਦੀ ਪਈ ਕਿ ਸਤਿਗੁਰੂ ਦਾ ਇਹ ਭੇਦ ਕਿਵੇਂ ਜਾਣਿਆ ਜਾਏ। ਪੁਨ ਸਤਿਗੁਰ ਕਾ ਰਾਗ੍ਰਹਿ ਆਏ, ਪੂਰਬ ਸਮ ਬੈਠੇ ਤਿਸ ਥਾਏ। ਕਹਿਣ ਲੱਗੇ ਇਸ ਢੰਗ ਤਰੀਕੇ ਦੇ ਨਾਲ ਸਤਿਗੁਰੂ ਜੀ ਉਸ ਘਰ ਦੇ ਵਿੱਚੋਂ ਜਾਂਦੇ ਨੇ ਤੇ ਆਪਣੇ ਸਥਾਨ ਉੱਪਰ ਪਹੁੰਚਦੇ ਨੇ। ਅਗਲਾ ਜਿਹੜਾ ਪ੍ਰਕਰਨ ਭਾਈ ਸਾਹਿਬ ਜੀ ਨੇ ਫਿਰ ਸਾਡੇ ਨਾਲ ਸਾਂਝਾ ਕੀਤਾ ਹੈ, ਅਗਲਾ 50 ਨੰਬਰ ਪ੍ਰਕਰਨ ਸ਼ੁਰੂ ਹੁੰਦਾ ਆ। ਇੱਥੇ ਇੱਕ ਬੇਨਤੀ ਕਰਦਾ ਚੱਲਾਂ। ਅੱਜ ਦੇ ਵਿਦਵਾਨਾਂ ਅਨੁਸਾਰ, ਹਾਲਾਂਕਿ ਮੈਂ ਵੀ ਨਵੀਂ ਜਨਰੇਸ਼ਨ ਦੇ ਵਿੱਚੋਂ ਆ, ਪਰੰਤੂ ਮੈਂ ਬੇਨਤੀ ਜ਼ਰੂਰ ਕਰਾਂਗਾ। ਅੱਜ ਅਸੀਂ ਤਰਕ ਦੇ ਵਿੱਚ ਪੈ ਕੇ ਹਰ ਗੱਲ ਨੂੰ ਭੰਡਣ ਲੱਗ ਪਏ ਹਾਂ, ਹਰ ਗੱਲ ਤੋਂ ਅਸੀਂ ਪਾਸਾ ਵੱਟਦੇ ਜਾ ਰਹੇ ਹਾਂ। ਮੇਰੀ ਗੱਲ ਕਦੇ ਖਿਆਲ ਦੇ ਵਿੱਚ ਰੱਖ ਲੈਣਾ, ਮੇਰਾ ਮੂੰਹ ਛੋਟਾ ਜੇ, ਉਮਰ ਨਿੱਕੀ ਜੇ, ਪਰੰਤੂ ਰੱਬ ਨੇ ਥੋੜਾ ਜਿਹਾ ਤਜਰਬਾ ਵੱਧ ਦੇ ਦਿੱਤਾ ਵੀ ਇਸ ਗੱਲ ਦਾ ਐਕਸਪੀਰੀਅੰਸ ਬਣ ਗਿਆ। ਅੱਜ ਦੀ ਜਿਹੜੀ ਸਾਡੀ ਕਥਾ ਹੈ ਨਾ, ਉਸ ਕਿਸੇ ਦਾ ਜੀਵਨ ਨਹੀਂ ਬਦਲਦੀ ਪਈ, ਉਹ ਕਿਤੇ ਨਾ ਕਿਤੇ ਸਿਰਫ ਵਿਦਵਤਾ ਬਣ ਕੇ ਰਹਿ ਗਈ। ਤੇ ਅੱਜ ਦੀ ਜਿਹੜੀ ਕਿਤੇ ਨਾ ਕਿਤੇ ਕਥਾ ਆ, ਮੈਂ ਕਿਸੇ ਨਾਲ ਵੈਰ ਨਹੀਂ ਰੱਖਦਾ, ਨਾ ਕੋਈ ਮੈਨੂੰ ਦਿੰਦਾ ਜੇ ਤੇ ਨਾ ਮੈਂ ਕਿਸੇ ਤੋਂ ਲੈਣਾ, ਦੇਣ ਵਾਲਾ ਸਤਿਗੁਰੂ ਹੈ। ਪਰੰਤੂ ਇਹ ਗੱਲ ਵਿਚਾਰਨੀ ਹੈ, ਅੱਜ ਕਿਤੇ ਨਾ ਕਿਤੇ ਅਸੀਂ ਚਾਰ ਉਹਨਾਂ ਬੰਦਿਆਂ ਕਰਕੇ ਜਿਹੜੇ ਕਿਤੇ ਨਾ ਕਿਤੇ ਅੱਜ ਇਸ ਭਾਵਨਾ ਨਾਲ ਜਿਉ ਰਹੇ ਨੇ ਵੀ ਅਸੀਂ ਕੁਝ ਪੰਥ ਦੇ ਵਿੱਚ ਨਵਾਂ ਛੇੜਾ ਛੇੜੀਏ, ਜਿਹੜੇ ਇਸ ਭਾਵਨਾ ਨਾਲ ਨੇ, ਤੇ ਉਹਨਾਂ ਨੇ ਗੁਰਸਿੱਖ ਇਤਿਹਾਸ ਦੀ ਹਰ ਗੱਲ ਨੂੰ, ਜਿੰਦੇ ਵਿੱਚ ਥੋੜੀ ਬਹੁਤੀ ਕਿਤੇ ਨਾ ਕਿਤੇ ਸਮਝਣ ਵਿੱਚ ਸਾਨੂੰ ਦੇਰੀ ਲੱਗਦੀ ਹੈ, ਸਾਨੂੰ ਸਮਝਣ ਵਿੱਚ ਦੇਰੀ ਲੱਗਦੀ ਹੈ, ਉਸ ਗੱਲ ਦਾ ਖੰਡਨ ਕਰਨਾ ਸ਼ੁਰੂ ਕਰ ਦਿੱਤਾ। ਬਹੁਤੇ ਸਿੱਖ ਵਿਦਵਾਨ ਇਸ ਸਾਖੀ ਨਾਲ ਸਹਿਮਤ ਨਹੀਂ ਕਿ ਮੈਂ ਇੱਥੇ ਕਰਕੇ ਤਾਂ ਬੇਨਤੀ ਕਰ ਰਿਹਾ ਹਾਂ। ਪਰੰਤੂ ਫਿਰ ਸਮਰੱਥ ਗੁਰੂ ਸਿਰ ਹੱਥ ਧਰਿਓ ਕਿਹਨੂੰ ਕਵਾਂਗੇ? ਫਿਰ ਕਿਵੇਂ ਕਹਿ ਸਕਦੇ ਹਾਂ ਕਿ ਬੰਧਨ ਤੋੜ ਬੁਲਾਵੇ ਰਾਮ, ਮਨ ਮੈਂ ਲਾਗੈ ਸਾਚ ਧਿਆਨ, ਮਿਟੈ ਕਲੇਸ਼ ਸੁਖੀ ਹੋਏ ਰਹੀ ਹੈ, ਐਸਾ ਦਾਤਾ ਸਤਿਗੁਰ ਕਹੀ ਹੈ। ਫਿਰ ਅਸੀਂ ਇਹ ਬੋਲ ਕਦੋਂ ਪੜਾਂਗੇ ਕਿ ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬਣ ਦਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਆਗਾਦ ਬੋਧ, ਨਮੋ 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 ਨੇਤ 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 ਹੈ। ਅਸੀਂ ਕਦੋਂ ਕਵਾਂਗੇ ਕਿ ਸਾਡਾ ਸਤਿਗੁਰੂ ਸਮਰੱਥ ਆ? ਜੇ ਅਸੀਂ ਲੋਕਾਂ ਵੱਲ ਵੇਖਣ ਲੱਗਾਂਗੇ ਨਾ, ਤੇ ਮੈਂ ਦੋਵੇਂ ਹੱਥ ਜੋੜ ਕੇ ਪਹਿਲਾਂ ਹੀ ਮਾਫੀ ਮੰਗ ਲਵਾਂ, ਸਾਡੇ ਗੁਰਦੁਆਰੇ ਬਹੁਤੇ ਵੱਡੇ ਹੋ ਗਏ ਨੇ। ਮੈਂ ਹਰ ਥਾਂ ਤੇ ਬੇਨਤੀ ਕਰਦਾ ਹਾਂ, ਸੱਚੇ ਪਾਤਸ਼ਾਹ ਜੀ ਜਿੱਥੇ ਵੀ ਲੈ ਕੇ ਜਾਂਦੇ ਨੇ, ਇੱਥੇ ਬੈਠਣ ਵਾਲਿਆਂ ਨੇ ਇੱਥੋਂ ਬੈਠਣ ਵਾਲੇ ਘਟਾ ਦਿੱਤੇ ਨੇ। ਕਿਤੇ ਨਾ ਕਿਤੇ ਉਹਨਾਂ ਲੋਕਾਂ ਪਿੱਛੇ ਲੱਗ ਕੇ ਜਿਹੜੇ ਰੱਬੀ ਇਬਾਦਤ ਨਾਲ ਨਹੀਂ ਜੁੜੇ, ਜਿਹੜੇ ਬਾਣੀ ਸਿਰਫ ਇਸ ਕਰਕੇ ਪੜ੍ਹ ਰਹੇ ਨੇ ਵੀ ਅਸੀਂ ਦੂਜਿਆਂ ਨੂੰ ਭੰਡਣਾ ਆ, ਅਸੀਂ ਕਿਸੇ ਨੂੰ ਮਾੜਾ ਕਹਿਣਾ ਆ, ਜਿਹੜੇ ਇਸ ਭਾਵਨਾ ਨਾਲ ਬਾਣੀ ਨਹੀਂ ਪੜ੍ਹ ਰਹੇ, ਕਹੇ
कि मैं गुरबाणी आधार है, गुरबाणी लाग रहाऊं। ਜਿਹੜੇ ਇਸ ਭਾਵਨਾ ਨਾਲ ਬਾਣੀ ਨਹੀਂ ਪੜ ਰਹੇ ਕਿ ਇਹ ਬਾਣੀ ਜੋ ਜਿਉਂ ਜਾਣਾ ਤਿਸ ਅੰਤਰ ਰਵੈ ਹਰਨਾਮਾ। ਅਸੀਂ ਵਿਚਾਰ ਦੇ ਨਾਮ ਉੱਪਰ ਕਿਤੇ ਨਾ ਕਿਤੇ ਆਪਣੇ ਗੁਰੂ ਘਰਾਂ ਦੇ ਵਿੱਚੋਂ ਆਪਣੇ ਉਹਨਾਂ ਸੱਜਣਾ ਨੂੰ ਆਪ ਹੀ ਇੱਥੋਂ ਉਠਾ ਰਹੇ ਹਾਂ ਜਿਹੜੇ ਇੱਥੇ ਗੁਰੂ ਨਾਨਕ ਦੀ ਗੱਲ ਸੁਣਨ ਆਏ ਸਨ। ਮੈਂ ਦੋਵੇਂ ਹੱਥ ਜੋੜ ਬੇਨਤੀ ਕਰਾਂ, ਐ ਗੁਰੂ ਕੇ ਪਿਆਰਿਓ, ਗੁਰਬਾਣੀ ਪੜੋ, ਗੁਰਬਾਣੀ ਵਿਚਾਰੋ। ਗੁਰਬਾਣੀ ਪੜ੍ਹਨੀ ਵੀ ਜ਼ਰੂਰੀ ਹੈ, ਗੁਰਬਾਣੀ ਵਿਚਾਰਨੀ ਵੀ ਜ਼ਰੂਰੀ ਹੈ। ਤੇ ਜੇ ਕਿਤੇ ਤਰਕ ਦੇ ਨਾਲ ਤੁਸੀਂ, ਜਿਵੇਂ ਅੱਜ ਅਸੀਂ ਗੱਲਾਂ ਕਰਨ ਲੱਗ ਪਏ ਹਾਂ, ਜੇ ਤਰਕ ਦੀ ਦੁਨੀਆ ਦੇ ਵਿੱਚ ਪੈ ਕੇ ਆਪਣੇ ਸਾਰੇ ਇਤਿਹਾਸ ਤੋਂ ਅਸੀਂ ਕੰਨੀ ਖਿਸਕਾਉਣ ਲੱਗ ਪਏ ਨਾ, ਕੱਲ੍ਹ ਨੂੰ ਆਉਣ ਵਾਲੇ ਲੋਕਾਂ ਨੇ ਸਾਡੇ ਉੱਪਰ ਇਹ ਵੀ ਤਰਕ ਕਰਨੀ, ਜੇ ਭਲਿਓ ਤੁਹਾਡਾ ਗੁਰੂ ਨਾਨਕ ਹੋਇਆ ਹੀ ਨਹੀਂਗਾ। ਪਟਨਾ ਸਾਹਿਬ ਦੇ ਲਾਗੇ ਇੱਕ ਸਥਾਨ ਪੈਂਦਾ ਆ, ਦਾਸਰੇ ਨੇ ਆਪਣੀ ਜ਼ਿੰਦਗੀ ਵਿੱਚ ਉਸ ਸਥਾਨ ਦੇ ਦਰਸ਼ਨ ਕੀਤੇ ਨੇ। ਉੱਥੇ ਲਗਭਗ 72 ਦੇ ਕਰੀਬ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਇਹ ਗਾਥਾ ਆ। ਸਿੱਖ ਇਤਿਹਾਸ ਵਿੱਚ ਸ਼ਾਇਦ ਸੂਰਜ ਪ੍ਰਕਾਸ਼ ਵਿੱਚ ਹੀ, ਬਾਕੀ ਕਿਤੇ ਨਹੀਂ ਮਿਲਦੀ। ਉੱਥੇ 72 ਪਾਣੀਆਂ ਦੇ ਚਸ਼ਮੇ ਨੇ, ਕੁੰਡ ਜਿਹਨੂੰ ਕਹਿੰਦੇ ਨੇ, ਚਸ਼ਮੇ ਨੇ। 72 ਦੇ 72 ਜਿਹੜੇ ਕੁੰਡ ਨੇ, ਸਾਰਿਆਂ ਦਾ ਪਾਣੀ ਬਹੁਤ ਜ਼ਿਆਦਾ ਗਰਮ ਆ, ਬਹੁਤ ਜ਼ਿਆਦਾ ਖਾਰਾ ਆ। ਉੱਥੇ ਮੇਰੇ ਦੀਨ ਦਿਆਲ ਸਤਿਗੁਰੂ ਸਾਹਿਬ, ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਚਰਨ ਪਾਏ ਨੇ। ਜਿੱਥੇ ਮੇਰਾ ਬਾਬਾ ਨਾਨਕ ਬੈਠਾ ਨਾ, ਸਿਰਫ ਉਸੇ ਚਸ਼ਮੇ ਦਾ ਪਾਣੀ ਮਿੱਠਾ ਜੇ, ਉਸੇ ਚਸ਼ਮੇ ਦਾ ਪਾਣੀ ਠੰਡਾ ਜੇ ਹੈ, ਤੇ ਸਤਿਗੁਰੂ ਨਾਨਕ ਹੀ ਹੈ ਨਾ। ਉਹ ਭਲਿਓ ਬਾਬਾ ਨਾਨਕ ਤੇ ਜਿਸ ਦਰਖਤ ਦੇ ਥੱਲੇ ਬਹਿੰਦਾ ਹੋਵੇ, ਜਿਹੜੇ ਪਾਸੇ ਬੈਠ ਗਿਆ ਉਧਰ ਦੇ ਤੇ ਰੀਠੇ ਮਿੱਠੇ ਹੋ ਜਾਂਦੇ ਨੇ। ਸਾਹਿਬ ਜੀ ਲਈ 9ਵੇਂ ਜਾਮੇ ਦੇ ਵਿੱਚ ਜੇਲ੍ਹ ਦੇ ਵਿੱਚ ਬੈਠਿਆ ਹੋਇਆ, ਜੇਲ੍ਹ ਦੇ ਵਿੱਚੋਂ ਉੱਠ ਕੇ ਸਿੱਖ ਦੇ ਘਰੇ ਪ੍ਰਸ਼ਾਦਾ ਛਕਣਾ ਕੋਈ ਬਹੁਤੀ ਵੱਡੀ ਗੱਲ ਨਹੀਂ, ਕੋਈ ਬਹੁਤੀ ਵੱਡੀ ਗੱਲ ਨਹੀਂ। ਉਹ ਸਿੱਖਾ ਕਦੇ ਮਾਣ ਕਰਿਆ ਕਰ। ਸਾਹਿਬ ਜੀ ਨੂੰ ਪੁੱਛਿਆ ਸੀ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਸਿੱਖਾਂ ਨੇ, ਐ ਦਾਤਾਰ ਸੱਚੇ ਪਾਤਸ਼ਾਹ, ਤੁਹਾਡੇ ਦੀਦਾਰੇ ਕਰਨੇ ਹੋਣ, ਤੁਸੀਂ ਤੇ ਸਾਡੇ ਕੋਲੋਂ ਸਰੀਰ ਕਰਕੇ ਜਾ ਰਹੇ ਹੋ, ਸਾਨੂੰ ਸਮਝਾਓ ਤੁਹਾਡੇ ਦੀਦਾਰੇ ਕਿਵੇਂ ਹੋਣ। ਸਾਹਿਬ ਜੀ ਕਹਿਣ ਲੱਗੇ, 5 ਸਿੱਖਾਂ ਦੇ ਵਿੱਚ ਤਿਆਰ ਬਰ ਤਿਆਰ ਜਿਹੜੇ ਗੁਰੂ ਕੇ ਸਿੱਖ ਹੋਣ, ਉਹਨਾਂ ਵਿੱਚ ਮੇਰੇ ਦੀਦਾਰੇ ਕਰ ਲੈਣਾ। ਕਹਿਣ ਲੱਗੇ ਸਾਹਿਬ ਜੀ ਜੇ ਉਹ ਵੀ ਨਾ ਹੋਣ ਫਿਰ? ਕਹਿਣ ਲੱਗੇ ਫਿਰ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਚੱਲਿਆ ਆ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲੈਣਾ। ਕਹਿਣ ਲੱਗੇ ਜੀ ਜੇ ਉਹ ਵੀ ਨਾ ਹੋਣ? ਸਾਹਿਬ ਜੀ ਕਹਿਣ ਲੱਗੇ ਫਿਰ ਜੇ ਕੋਈ ਤੁਹਾਡੇ ਨੇੜੇ ਤੇੜੇ ਸਿੱਖ ਮਿਲੇ, ਉਹਦੇ ਦੀਦਾਰੇ ਕਰ ਲੈਣਾ। ਮੈਂ ਗੱਲ ਨੂੰ ਸੰਕੋਚਾਂ। ਕਹਿਣ ਲੱਗੇ ਸੱਚੇ ਪਾਤਸ਼ਾਹ ਜੇ ਸਿੱਖ ਵੀ ਕੋਈ ਨੇੜੇ ਨਾ ਹੋਵੇ, ਕੋਈ ਤਿਆਰ ਬੈਰ ਤਿਆਰ ਸਿੱਖ ਵੀ ਨਾ ਸਾਡੇ ਕੋਲ ਹੋਵੇ, ਤੇ ਸਾਹਿਬ ਜੀ ਕਹਿਣ ਲੱਗੇ ਭਲਿਆ ਫਿਰ ਇਸ ਤਰ੍ਹਾਂ ਕਰੀ, ਅੰਮ੍ਰਿਤ ਵੇਲੇ ਉੱਠ ਕੇ ਬੜੇ ਪਿਆਰ ਦੇ ਨਾਲ ਮੈਨੂੰ ਯਾਦ ਕਰੀ, ਤਿਆਰ ਬਰ ਤਿਆਰ ਹੋ ਕੇ ਸੀਸੇ ਦੇ ਸਾਹਮਣੇ ਖੜਾ ਹੋ ਕੇ ਇੱਕ ਵਾਰੀ ਕਹੀਂ, ਐ ਗੁਰੂ ਗੋਬਿੰਦ ਸਿੰਘ ਤੇਰੇ ਦਰਸ਼ਨ ਕਰਨੇ ਨੇ, ਮੈਂ ਉਸ ਸੀਸੇ ਦੇ ਵਿੱਚੋਂ ਤੈਨੂੰ ਤੇਰੇ ਵਿੱਚੋਂ ਆਪਣੇ ਦਰਸ਼ਨ ਦੇ ਕੇ ਜਾਵਾਂਗਾ। ਉਹ ਭਲਿਆ ਤੂੰ ਐਸੇ ਸਤਿਗੁਰੂ ਨਾਲ ਜੁੜਿਆ ਹੋਵੇ ਤੇ ਗੱਲਾਂ ਤੂੰ ਉਹ ਕਰਦਾ ਆ ਜਿਹੜੀਆਂ ਸਾਡੇ ਗੁਰਸਿੱਖ ਵੀਰਾਂ ਨੂੰ ਅੱਜ ਤੋੜ ਰਹੀਆਂ ਨੇ, ਜੋੜ ਨਹੀਂ ਰਹੀਆਂ ਗਿਆ। ਠੀਕ ਆ, ਅਸੀਂ ਗੁਰਬਾਣੀ ਦੇ ਵਿਚਾਰਧਾਰੀ ਹੋਣਾ ਆ, ਗੁਰਬਾਣੀ ਅਨੁਸਾਰ ਇਤਿਹਾਸ ਵਾਚਣਾ ਆ, ਪਰੰਤੂ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਮੇਰੇ ਸਤਿਗੁਰੂ ਜੀ ਇਹ ਕੌਤਕ ਨਹੀਂ ਵਰਤਾ ਸਕਦੇ। ਆਪਾਂ ਰੱਬੀ ਬਾਣੀ ਦਾ ਇੱਕ ਬੋਲ ਪੜ੍ਹਦੇ ਨੇ ਕਿ ਸੋ ਸਤਿਗੁਰ ਪਿਆਰਾ ਮੇਰਾ ਨਾਲ ਹੈ, ਜਿੱਥਾ ਕਿੱਥਾ ਮੈਨੂੰ ਲੈ ਛੜਾਏ। ਜਿੱਥਾ ਕਿੱਥੇ ਦਾ ਮਤਲਬ ਤੇ ਹੁਣ ਆਪਾਂ ਸਾਰਿਆਂ ਨੂੰ ਪਤਾ ਵੀ ਜਿੱਥੇ ਮਰਜ਼ੀ ਹੋਵੇ, ਜਿੱਥੇ ਮਰਜ਼ੀ ਹੋਵੇ, ਤੇ ਸਾਹਿਬ ਸਾਨੂੰ ਉੱਥੇ ਛਡਾਉਂਦਾ ਆ। ਦਾਤਾਰ ਸੱਚੇ ਪਾਤਸ਼ਾਹ ਜੀ ਅੱਗੇ ਖੇਡ ਵਰਤਾਉਂਦੇ ਹਨ। ਅਗਲੇ ਪ੍ਰਕਰਨ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਸਮਝਾਉਣਾ ਕਰਦੇ ਹਨ। ਸਿੱਖ ਕੇ ਘਰ ਭੋਜਨ ਅਚਿਓ, ਨਿਕਸੈ ਜਬ ਤਿਸ ਦੁਆਰ, ਪਿਖੇ ਮੁਲਾਨੇ ਤਬ ਤਹਾਂ, ਜਰ ਬਰ ਹੋਏ ਗੋਸ਼ਾਰ। ਅਗਲੇ ਦਿਨ ਜਦੋਂ ਗੁਰੂ ਸਾਹਿਬ ਜੀ, ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਸ ਗਰੀਬੜੇ ਸਿੱਖ ਦੇ ਘਰ ਪ੍ਰਸ਼ਾਦਾ ਛਕਣ ਵਾਸਤੇ ਜਾਂਦੇ ਨੇ ਨਾ, ਜਦੋਂ ਸਾਹਿਬ ਜੀ ਉਹਦੇ ਦਰਵਾਜ਼ੇ ਵਿੱਚੋਂ ਅੰਦਰ ਲੰਘਦੇ ਨੇ ਤੇ ਕੁਝ ਮੁਸਲਮਾਨ ਉਹਨਾਂ ਨੂੰ ਵੇਖ ਲੈਂਦੇ ਨੇ। ਜਦੋਂ ਉਹ ਦੇਖਦੇ ਨੇ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਤਾਂ ਨਰੰਗੇ ਦੀ ਜੇਲ੍ਹ ਵਿੱਚ ਨੇ, ਪਰੰਤੂ ਇਸ ਸਿੱਖ ਦੇ ਘਰੇ ਕਿਵੇਂ ਆ ਗਏ? ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ, ਵੇਖਿਆ, ਅੱਖਾਂ ਨਾਲ ਵੇਖਿਆ, ਸਿਰਫ ਬਾਹਰੀ ਤੌਰ ਤੇ ਮੈਂ ਇਹ ਵੀ ਕਹਾਂ, ਜਦੋਂ ਉਹਨਾਂ ਨੇ ਬਾਹਰੀ ਤੌਰ ਤੇ ਦੇਖਿਆ, ਭਾਈ ਸਾਹਿਬ ਜੀ ਕਹਿਣ ਲੱਗੇ ਉਹ ਇੱਕ ਵਾਰੇ ਤਤਸ਼ਾਰ, ਇੱਕ ਤਤ ਛਿਣ ਦੇ ਵਿੱਚ ਅਗਮ ਅਮੂਲ ਹੋ ਗਏ, ਸਵਾਹ ਹੋ ਗਏ। ਨਰ ਸੰਗੀ ਥੇ ਤਿਨ ਪੁਛਵਾਇਓ,
इनके घर कैसे कर आयो। ਜਿਹੜੇ ਨਾਲ ਦੇ ਸਨ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੇ ਘਰੇ ਕੀ ਕਰਦੇ ਹਨ। किन्हू तहाँ सो कीन बतावन, इसके घर भोजन के खावन। ਕਿਸੇ ਇੱਕ ਨੇ ਵਿੱਚੋਂ ਦੱਸਿਆ, ਕਹਿਣ ਲੱਗੇ ਕਿ ਇਹਨਾਂ ਦੇ ਘਰੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਪਿਆਰ ਵਸ ਹੋ ਕੇ ਪ੍ਰਸ਼ਾਦਾ ਛਕਣ ਆਏ ਹਨ। अपनो सिख जान कर पाऊ, अच्यो आहार हृदय हर खाऊ। ਕਹਿਣ ਲੱਗੇ ਸਤਿਗੁਰੂ ਤੇ ਐਸੇ ਨੇ ਜਿਹੜਾ ਸਿੱਖ ਪਿਆਰ ਦੇ ਨਾਲ, ਫਿਰ ਬੇਨਤੀ ਕਰਾਂ, ਜਿਹੜਾ ਸਿੱਖ ਪਿਆਰ ਦੇ ਨਾਲ ਆਪਣੇ ਸਤਿਗੁਰਾਂ ਨੂੰ ਯਾਦ ਕਰਦਾ ਆ ਤੇ ਉਹਨੂੰ ਆਪਣੇ ਘਰੇ ਪ੍ਰਸ਼ਾਦੇ ਤੇ ਬੁਲਾਉਂਦਾ ਹੈ ਨਾ, ਕਹਿਣ ਲੱਗੇ ਸਾਹਿਬ ਜੀ ਉਹਨੂੰ ਖੁਦ ਜਾ ਕੇ ਦਿਦਾਰੇ ਬਖਸ਼ਦੇ ਹਨ। मत सर अगन मुलाने मन में, जर बर पयो बजम तिस शिन में। ਕਹਿਣ ਲੱਗੇ ਜਦੋਂ ਮੌਲਾਨੇ ਨੇ ਇਹ ਗੱਲ ਸੁਣੀ ਨਾ, ਉਹਨੂੰ ਇੱਕ ਵਾਰੀ ਅੰਦਰੋਂ ਅੱਗ ਲੱਗ ਗਈ। ਕਹਿਣ ਲੱਗੇ ਉਹ ਇੱਕ ਵਾਰੀ ਸਵਾਹ ਹੋ ਗਿਆ। जब लग तुर्क बने नाही, नह मान हिंदू मन माही। ਇੱਕ ਗੱਲ ਸਮਝਾਉਣਾ ਕੀਤੀ। ਕਹਾਇਆ ਭਾਈ ਸੰਤੋਖ ਸਿੰਘ ਜੀ ਨੇ ਮੌਲਾਨੇ ਦੇ ਮੂੰਹ ਆ, ਪਰੰਤੂ ਸਾਨੂੰ ਇੱਕ ਸਿੱਖਿਆ ਦੇ ਦਿੱਤੀ। ਔਰੰਗਜ਼ੇਬ ਦੇ ਜ਼ਿੰਦਗੀ ਦੇ ਵਿੱਚ ਇੱਕ ਹਿੰਡ ਸੀ, ਇੱਕ ਜਿੱਦ ਸੀ। ਉਹਨੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਨੂੰ ਚਿੱਠੀ ਲਿਖੀ ਸੀ, ਮੈਂ ਥੋੜਾ ਜਿਹਾ ਪਿਛੋਕੜ ਲੈ ਕੇ ਚੱਲਾਂ ਵੀ ਤੁਸੀਂ ਮੈਨੂੰ ਆਣ ਕੇ ਮਿਲੋ। ਤੇ ਸਾਹਿਬ ਜੀ ਕਹਿੰਦੇ ਸਾਡਾ ਤੇਰੇ ਨਾਲ ਕੋਈ ਵਾਹ ਵਾਸਤਾ ਨਹੀਂ ਤੇ ਆਉਣ ਦਾ ਸਵਾਲ ਨਹੀਂ ਪੈਦਾ ਹੁੰਦਾ। ਫਿਰ ਉਹਨੇ ਚਿੱਠੀ ਲਿਖੀ, ਉਹਨੇ ਕਿਹਾ ਵੀ ਆਪਣਾ ਸਪਸ਼ਟੀਕਰਨ ਦੇਵੋ। ਸਾਹਿਬ ਜੀ ਕਹਿਣ ਲੱਗੇ ਇਹ ਰੱਬ ਦਾ ਘਰ ਹੈ, ਸਪਸ਼ਟੀਕਰਨ ਦੇਣ ਦਾ ਸਵਾਲ ਨਹੀਂ ਪੈਦਾ ਹੁੰਦਾ। ਫਿਰ ਵੀ ਜਦੋਂ ਕੁਝ ਇੱਕ ਵਿਚਾਰਵਾਨ ਸਿੱਖਾਂ ਨੇ ਕਿਹਾ ਨਹੀਂ ਸੱਚੇ ਪਾਤਸ਼ਾਹ ਵੀ ਕੀ ਫਾਇਦਾ ਐਵੇਂ ਸਰਕਾਰੀ ਦਰਬਾਰੇ ਲੜਾਈਆਂ ਕਰਨ ਦਾ, ਵੀ ਸ਼ਾਂਤੀ ਦੇ ਨਾਲ ਹੀ ਰਹਿਣਾ ਚੰਗਾ ਹੁੰਦਾ ਆ, ਤੇ ਤੁਸੀਂ ਆਪਣੇ ਵੱਡੇ ਪੁੱਤਰ ਨੂੰ ਭੇਜ ਦੇਵੋ। ਬਾਬਾ ਰਾਮ ਰਾਏ ਜੀ ਨੂੰ ਭੇਜਿਆ ਜਾਂਦਾ ਹੈ। ਜਦੋਂ ਬਾਬਾ ਰਾਮ ਰਾਏ ਜੀ ਉੱਥੇ ਜਾ ਕੇ ਕਰਾਮਾਤਾਂ ਦਿਖਾਉਂਦੇ ਨੇ ਤੇ ਗੁਰੂ ਹਰਿ ਸਾਹਿਬ ਮਹਾਰਾਜ ਜੀ ਇੱਕ ਗੱਲ ਕਹਿੰਦੇ ਨੇ ਕਿ ਐ ਪੁੱਤਰਾ ਮੈਂ ਤੈਨੂੰ ਦਰਸ਼ਨ ਨਹੀਂ ਦੇਣੇ, ਮੈਂ ਅੱਜ ਤੋਂ ਬਾਅਦ ਤੇਰਾ ਬਾਪੂ ਨਹੀਂ, ਤੂੰ ਮੇਰਾ ਪੁੱਤਰ ਨਹੀਂ, ਮੈਂ ਤੇਰਾ ਗੁਰੂ ਨਹੀਂ, ਤੂੰ ਮੇਰਾ ਸਿੱਖ ਨਹੀਂ। ਇਥੋਂ ਤੱਕ ਵੀ ਕਹਿ ਦਿੱਤਾ ਜਿਹੜਾ ਮੇਰਾ ਸਿੱਖ ਇਹਦੇ ਸਨਮੁਖ ਹੋਏਗਾ ਉਹ ਮੇਰਾ ਸਿੱਖ ਵੀ ਨਹੀਂ। ਇਥੋਂ ਤੱਕ ਵੀ ਸਾਡੇ ਇਤਿਹਾਸ ਨੇ ਇਹ ਗੱਲ ਕਹੀ ਹੈ। ਔਰੰਗਜ਼ੇਬ ਨੇ 8ਵੇਂ ਪਾਤਸ਼ਾਹ ਜੀ ਨੂੰ ਵੀ ਦਿੱਲੀ ਬੁਲਾਇਆ। ਰਾਜਾ ਜੈ ਸਿੰਘ ਜੀ ਦੇ ਘਰੇ ਮੇਰੇ ਸੱਚੇ ਪਾਤਸ਼ਾਹ ਜੀ ਗਏ। ਔਰੰਗਜ਼ੇਬ ਸਿੱਖ ਹਿਸਟਰੀ ਅਨੁਸਾਰ ਲਗਭਗ 4 ਘੜੀਆਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਦਰਵਾਜ਼ੇ ਉੱਪਰ ਖੜਾ ਰਿਹਾ। ਵਾਰੀ ਵਾਰੀ ਇਹ ਗੱਲ ਕਹਿੰਦਾ ਹੈ ਕਿ ਮੈਨੂੰ ਦਰਸ਼ਨ ਦਵੋ, ਮੈਨੂੰ ਦਿਦਾਰੇ ਦਵੋ, ਤੇ ਅੰਦਰੋਂ ਇੱਕ ਹੀ ਆਵਾਜ਼ ਆਉਂਦੀ ਹੈ। ਉਹ 8 ਸਾਲ ਦੇ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਅੰਦਰੋਂ ਇੱਕ ਹੀ ਗੱਲ ਕਹਿੰਦੇ ਨੇ, ਐ ਦੁਸ਼ਟ, ਐ ਪਾਪੀ, ਤੈਨੂੰ ਦਿਦਾਰੇ ਨਹੀਂ ਦੇਣਗੇ। ਕਿਉਂ? ਮੇਰੇ ਬਾਪੂ ਨੇ ਕਿਹਾ ਇਹਦੇ ਮੱਥੇ ਨਹੀਂ ਲੱਗਣਾ, ਮੇਰੇ ਬਾਪੂ ਨੇ ਕਿਹਾ ਆ ਨਾ ਇਹਦੇ ਦਿਦਾਰੇ ਕਰਨੇ ਨੇ ਨਾ ਇਹਨੂੰ ਦਿਦਾਰੇ ਦੇਣੇ ਨੇ। ਔਰੰਗਜ਼ੇਬ ਨੇ ਇਸ ਗੱਲ ਦਾ ਗੁੱਸਾ ਕੀਤਾ ਤੇ ਉਹਨੇ ਫਿਰ ਜ਼ਿੰਦਗੀ ਦੇ ਵਿੱਚ ਇੱਕ ਹਿੰਡ ਪਾਲੀ ਸੀ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਰੀਰ ਤਿਆਗ ਗਏ ਸਨ। ਉਹਨੇ ਇਹ ਕਿਹਾ ਸੀ ਕਿ ਮੈਂ ਗੁਰੂ ਨਾਨਕ ਦੇ ਗੱਦੀ ਨਸ਼ੀਨ ਉਹਦਾ ਸਿਰ ਆਪਣੇ ਪੈਰਾਂ ਵਿੱਚ ਲਿਆ ਕੇ ਰੱਖਣਾ ਹੈ, ਪੈਰਾਂ ਵਿੱਚ ਲਿਆ ਕੇ ਰੱਖਣਾ, ਉਹਨਾਂ ਤੋਂ ਈਨ ਬਣਵਾਉਣੀ ਹੈ। ਇਸੇ ਭਾਵਨਾ ਨਾਲ ਉਹਨੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਕੀਤਾ ਸੀ। ਇੱਥੇ ਇੱਕ ਗੱਲ ਸਮਝਾਈ। ਕਹਿਣ ਲੱਗੇ ਮੌਲਾਨੇ ਨੇ ਇੱਕ ਗੱਲ ਕਹੀ, ਕਹਿਣ ਲੱਗੇ ਜਿੰਨਾ ਚਿਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਮੁਗਲ ਨਹੀਂ ਨਾ ਬਣਦੇ, ਮੁਸਲਮਾਨ ਨਹੀਂ ਨਾ ਬਣਦੇ, ਉਹਨਾਂ ਚਿਰ ਇਹਨਾਂ ਹਿੰਦੂ ਲੋਕਾਂ ਦੇ ਵਿੱਚੋਂ, ਇਹਨਾਂ ਸਿੱਖ ਲੋਕਾਂ ਦੇ ਵਿੱਚੋਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦਾ ਪਿਆਰ ਨਹੀਂ ਜਾ ਸਕਦਾ। हिंदवान को मूल यही है, अब निश्चय भी बात सही है। ਕਹਿਣ ਲੱਗੇ ਜਿਹੜਾ ਨੌਰੰਗੇ ਨੇ ਸੋਚਿਆ ਆ, ਹਿੰਦੁਸਤਾਨ ਦੇ ਬਾਦਸ਼ਾਹ ਨੇ ਸੋਚਿਆ ਨਾ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਿੱਖ ਧਰਮ ਤੋਂ ਕੱਢ ਕੇ ਮੁਸਲਮਾਨ ਬਣਾਉਣਾ ਆ, ਕਹਿਣ ਲੱਗੇ ਇਹ ਉਹਦੀ ਗੱਲ ਬਿਲਕੁਲ ਸਹੀ ਹੈ ਤੇ ਹੋਣਾ ਵੀ ਬਿਲਕੁਲ ਇਸੇ ਢੰਗ ਨਾਲ ਚਾਹੀਦਾ। दुष्ट गिनत मरदे मजार, पहुंचे नौ रंग के दरबार। ਕਹਿਣ ਲੱਗੇ ਜਿਹੜਾ ਦੁਸ਼ਟ ਮੌਲਾਨਾ ਸੀ ਨਾ, ਇਹ ਸੋਚਾਂ ਸੋਚਦਾ ਹੋਇਆ ਨੌਰੰਗੇ ਦੇ ਦਰਬਾਰ ਵਿੱਚ ਪਹੁੰਚਿਆ। जो श्री तेग बहादुर गयो, तुम जो करन मनोरथ चह्यो। ਉੱਥੇ ਮੌਲਾਨਾ ਜਾ ਕੇ ਇੱਕ ਗੱਲ ਕਹਿੰਦਾ, ਕਹਿਣ ਲੱਗੇ ਐ ਔਰੰਗਜ਼ੇਬ, ਤੂੰ ਜਿਸ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਫੜਿਆ ਆ, ਜਿਹਨੂੰ ਇਸ ਭਾਵਨਾ ਨਾਲ ਫੜਿਆ ਵੀ ਤੇਰਾ ਜਿਹੜਾ ਮਨੋਰਥ ਆ ਉਹ ਪੂਰਾ ਹੋ ਜਾਵੇ। ਉਹਦਾ ਮਨੋਰਥ ਕੀ ਸੀ?
ਕਿ ਮੈਂ ਗੁਰੂ ਸਾਹਿਬ ਜੀ ਦੇ ਗੱਦੀ ਨਸ਼ੀਨ ਦਾ ਸਿਰ ਆਪਣੇ ਪੈਰਾਂ ਵਿੱਚ ਲੈ ਕੇ ਆਉਣਾ ਆ, ਮੈਂ ਉਹਨਾਂ ਤੋਂ ਈਣ ਮਨਵਾਉਣੀ ਹੈ। ਕਹਿਣ ਲੱਗੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਆ, ਜਿਸ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਤੁਸੀਂ ਫੜਿਆ ਨਾ ਜਿਸ ਮਨੋਰਥ ਦੇ ਨਾਲ, ਉਹਨਾਂ ਦੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ। ਤਿਸ ਕੋ ਮੂਲ ਜਾਨੀਏ ਆਛੇ, ਬਨੇ ਤੁਰਕ ਇਸ ਸਭ ਹੋਏ ਪਾਛੇ। ਕਹਿਣ ਲੱਗੇ ਮੇਰੀ ਗੱਲ ਸਮਝ ਲੈਣਾ, ਜਿੰਨਾ ਚਿਰ ਗੁਰੂ ਤੇਗ ਬਹਾਦਰ ਮਹਾਰਾਜ ਮੁਗਲ ਨਹੀਂ ਨਾ ਬਣਦੇ, ਮੁਸਲਮਾਨ ਨਹੀਂ ਨਾ ਬਣਦੇ, ਉਹਨਾਂ ਚਿਰ ਇਹਨਾਂ ਲੋਕਾਂ ਨੇ, ਉਹ ਹਿੰਦੂ ਵੀ ਸਨ, ਉਹ ਸਿੱਖ ਵੀ ਸਨ, ਕਹਿਣ ਲੱਗੇ ਇਹਨਾਂ ਲੋਕਾਂ ਨੇ ਗੁਰੂ ਤੇਗ ਬਹਾਦਰ ਤੋਂ ਆਪਣੀ ਸ਼ਰਧਾ ਨਹੀਂ ਘਟਾਉਣੀ। ਲੱਖੋ ਨਰ ਤਿਸ ਕੇ ਅਨੁਸਾਰ, ਪੂਜੈ ਆਏ ਸਮਾਨ ਉਦਾਰ। ਕਹਿਣ ਲੱਗੇ ਅਨੇਕਾਂ ਐਸੇ ਲੋਕ ਨੇ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸਤਿਕਾਰ ਕਰਦੇ ਨੇ, ਅਨੇਕਾਂ ਹੀ ਐਸੇ ਲੋਕ ਨੇ ਜਿਨ੍ਹਾਂ ਦੀ ਸ਼ਰਧਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਉੱਪਰ। ਅਬ ਤਿਸ ਕੀ ਕੀਜੈ ਤਕਰਾਈ, ਵਹਿਰ ਕਾਦ ਤੇ ਵਹਿ ਨਾ ਕਦਾਈ। ਇਹਨੇ ਆਣ ਕੇ ਇੱਕ ਗੱਲ ਕਹੀ, ਕਹਿਣ ਲੱਗੇ ਮੈਂ ਤੁਹਾਨੂੰ ਇੱਕ ਗੱਲ ਕਵਾਂ, ਔਰੰਗਜ਼ੇਬ ਦਾ ਜਿਹੜਾ ਪਹਿਰਾ ਨਾ ਹੋਰ ਤਗੜਾ ਕਰ ਦਿਓ, ਤਕੜਾ ਕਰ ਦਿਓ। ਤਕਰਾਈ ਦਾ ਅਰਥ ਹੈ ਤਕੜਾ ਕਰ ਦਿਓ, ਹੋਰ ਸਖਤੀ ਕਰ ਦਿਓ। ਕਹਿਣ ਲੱਗੇ ਤਾਂ ਜੋ ਜਿਹੜਾ ਤੁਹਾਡਾ ਮਨੋਰਥ ਆ ਉਹ ਪੂਰਾ ਹੋ ਸਕੇ। ਅਬ ਸਿੱਖਿਅਨ ਕੇ ਘਰ ਚੱਲ ਜਾਏ, ਕਰ ਆਦਰ ਸੋ ਅਸਨ ਚਾਹੇ। ਕਹਿਣ ਲੱਗੇ ਮੈਂ ਤੇ ਇਥੋਂ ਤੱਕ ਵੀ ਹੁਣੇ ਆਪਣੀਆਂ ਅੱਖਾਂ ਨਾਲ ਦੇਖ ਕੇ ਆਇਆ ਆ, ਉਹ ਤੇ ਜੇਲ੍ਹ ਦੇ ਵਿੱਚੋਂ ਨਿਕਲਦੇ ਨੇ, ਆਪਣੇ ਸਿੱਖ ਦੇ ਘਰੇ ਜਾਂਦੇ ਨੇ, ਬੜੇ ਸਹਿਜ ਦੇ ਨਾਲ ਉਹਦੇ ਘਰੋਂ ਪ੍ਰਸ਼ਾਦਾ ਛਕ ਕੇ ਬੜੇ ਸਹਿਜ ਦੇ ਨਾਲ ਤੇਰੀ ਜੇਲ੍ਹ ਵਿੱਚ ਆ ਬੈਂਦੇ ਹਨ। ਲੋਕ ਵਹਿਰ ਕੇ ਮਿਲਤ ਜੇ ਰਹਿ, ਕੈਦ ਬਿਖੈ ਤੋ ਕਿਮ ਦੁਖ ਲਹੈ। ਕਹਿਣ ਲੱਗੇ ਸਾਡਾ ਜੇਲ੍ਹ ਦੇ ਵਿੱਚ ਉਹਨਾਂ ਨੂੰ ਰੱਖਣ ਦਾ ਸਿਰਫ ਤੇ ਸਿਰਫ ਇੱਕ ਹੀ ਮਨੋਰਥ ਹੈ ਵੀ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਦੁੱਖ ਦਈਏ, ਵੱਧ ਤੋਂ ਵੱਧ ਉਹਨਾਂ ਨੂੰ ਤੰਗ ਕਰੀਏ। ਕਹਿਣ ਲੱਗੇ ਜਦੋਂ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਦੁੱਖ ਦੇਵਾਂਗੇ ਤਾਂ ਇੱਕ ਇਹ ਖੇਡ ਵਾਪਰੇਗੀ ਵੀ ਉਹ ਤੰਗ ਹੋ ਕੇ ਆਪਣੇ ਆਪ ਤੁਹਾਡੀ ਈਨ ਕਬੂਲ ਲੈਣਗੇ। ਪਰੰਤੂ ਜੇ ਉਹ ਲੋਕਾਂ ਨਾਲ ਮਿਲਦੇ ਰਹੇ, ਵੀ ਕਦੇ ਸਿੱਖ ਦੇ ਘਰੇ ਪ੍ਰਸ਼ਾਦਾ ਛਕਣ ਗਏ, ਜਦੋਂ ਚਿੱਤ ਕੀਤਾ ਚਲੇ ਗਏ, ਜਦੋਂ ਚਿੱਤ ਕੀਤਾ ਆ ਗਏ, ਜੇ ਐਵੇਂ ਬਾਹਰ ਲੋਕਾਂ ਨਾਲ ਮਿਲਦੇ ਰਹੇ, ਕਹਿਣ ਲੱਗੇ ਉਹਨਾਂ ਨੇ ਤੁਹਾਡੀ ਈਨ ਨਹੀਂ ਮੰਨਣੀ। ਮਿਲੇ ਨਾ ਨਰ ਬਾਹਰ ਕੋ ਜਾਏ, ਸੋ ਨਹਿ ਨਿਕਸੈ ਰਹਿ ਇਕ ਥਾਏ। ਕਹਿਣ ਲੱਗੇ ਫਿਰ ਇਸ ਤਰ੍ਹਾਂ ਕਰੋ ਵੀ ਉਹਨਾਂ ਨੂੰ ਇੱਕ ਥਾਂ ਦੇ ਉੱਪਰ ਹੀ ਰੱਖੋ, ਉਹ ਦੁਬਾਰਾ ਫਿਰ ਬਾਹਰ ਨਾ ਨਿਕ ਸਕਣ। ਕਰ ਗ੍ਰਹਿ ਮੈਂ ਤਬ ਦੁਖ ਪਾਏ, ਮਿਲੇ ਨਾ ਕੋ ਬੈਠੇ ਮੁਰਝਾਏ। ਕਹਿਣ ਲੱਗੇ ਜਦੋਂ ਉਹ ਜੇਲ੍ਹ ਦੇ ਵਿੱਚ ਰਹਿਣਗੇ ਉਹਨਾਂ ਨੂੰ ਦੁੱਖ ਹੋਏਗਾ, ਉਹਨਾਂ ਨੂੰ ਪੀੜਾ ਹੋਏਗੀ, ਉਹਨਾਂ ਨੂੰ ਦਰਦ ਹੋਣਗੇ। ਜਦੋਂ ਉਹਨਾਂ ਨੂੰ ਕੋਈ ਨਹੀਂ ਮਿਲੇਗਾ ਤੇ ਆਪੇ ਚੁੱਪ ਕਰਕੇ ਬੈਠੇ ਰਹਿਣਗੇ। ਜਦੋਂ ਉਹਨਾਂ ਨਾਲ ਕੋਈ ਗੱਲ ਕਰਨ ਵਾਲਾ ਨਹੀਂ ਹੋਏਗਾ, ਉਹਨਾਂ ਨੂੰ ਮਿਲਣ ਵਾਲਾ ਕੋਈ ਨਹੀਂ ਹੋਏਗਾ। ਵਾਕਈ ਇੱਕ ਸੱਚ ਜੇ ਇਹ ਹਰ ਬੰਦੇ ਦਾ ਸੁਭਾਅ ਹੈ, ਪਰੰਤੂ ਗੁਰੂ ਪਾਤਸ਼ਾਹ ਲਈ ਲਾਗੂ ਨਹੀਂ ਹੈ। ਆਪਾਂ ਬਹੁਤਾ ਚਿਰ ਚੁੱਪ ਨਹੀਂ ਰਹਿ ਸਕਦੇ, ਇਹ ਸਮਝ ਲੈਣਾ। ਅਸੀਂ ਬਹੁਤਾ ਚਿਰ ਚੁੱਪ ਨਹੀਂ ਰਹਿ ਸਕਦੇ। ਇਥੋਂ ਤੱਕ ਤੁਸੀਂ ਵੇਖਿਆ ਹੋਵੇਗਾ ਜਿਹੜੇ ਮੌਨ ਧਾਰਨ ਕਰਨ ਵਾਲੇ ਨੇ ਨਾ, ਉਹ ਵੀ ਲਿਮਿਟ ਰੱਖਦੇ ਨੇ, ਜੇ ਅਸੀਂ 5 ਸਾਲ ਨਹੀਂ ਬੋਲਣਾ, ਅਸੀਂ 10 ਸਾਲ ਨਹੀਂ ਬੋਲਣਾ, ਅਸੀਂ 20 ਸਾਲ ਦਾ ਮੌਨ ਰੱਖਿਆ ਆ। ਇਹ ਰੱਬ ਨੇ ਇੱਕ ਬੰਦੇ ਦੇ ਅੰਦਰ ਪ੍ਰਵਿਰਤੀ ਰੱਖੀ ਹੋਈ ਹੈ। ਰੱਬ ਜਦੋਂ ਸੰਸਾਰ ਦੇ ਉੱਪਰ ਬੰਦੇ ਨੂੰ ਲੈ ਕੇ ਆਉਂਦਾ ਨਾ, ਤੇ ਸਭ ਤੋਂ ਪਹਿਲਾਂ ਉਹਦੀ ਆਵਾਜ਼ ਹੀ ਨਿਕਲਦੀ। ਜੇ ਜਿੰਨਾ ਚਿਰ ਉਹ ਬੋਲਦਾ ਨਹੀਂ, ਉਹਨਾਂ ਚਿਰ ਆਪਾਂ ਇਹ ਕਹਿੰਦੇ ਵੀ ਸ਼ਾਇਦ ਇਸ ਬੱਚੇ ਨੇ ਘੜੀ ਜਿਉਣਾ ਕਿ ਨਹੀਂ ਜਿਉਣਾ। ਉਹਨੂੰ ਡਾਕਟਰ ਸੂਈਆਂ ਮਾਰ ਮਾਰ ਕੇ, ਚੁੰਡੀਆਂ ਵੱਢ ਵੱਢ ਕੇ ਉਠਾਉਂਦੇ ਨੇ ਵੀ ਭਲਿਆ ਬੋਲ ਕੁਝ। ਕਿਉਂ? ਰੱਬ ਨੇ ਤੈਨੂੰ ਇੱਥੇ ਕੁਝ ਬੋਲਣ ਵਾਸਤੇ ਕੱਢਿਆ ਹੈ। ਤੇ ਜਦੋਂ ਅਸੀਂ ਕਿਸੇ ਦੇ ਲਿੰਕ ਵਿੱਚ ਨਾ ਆਵਾਂਗੇ, ਕਿਸੇ ਨਾਲ ਨਾ ਬੋਲਾਂਗੇ, ਫਿਰ ਬੰਦਾ ਆਪਣੇ ਆਪ ਦੇ ਵਿੱਚ ਨਿੰਮੋ ਚੁਣਾਉਣ ਲੱਗ ਪੈਂਦਾ। ਉਹ ਇਕੱਲਾਪਣ ਜਦੋਂ ਮਹਿਸੂਸ ਕਰੇਗਾ ਤੇ ਬੰਦਾ ਬਾਵਰਿਆਂ ਦੇ ਵਾਂਗੂ ਰਹਿਣ ਲੱਗਦਾ ਹੈ। ਇਸ ਭਾਵਨਾ ਦੇ ਨਾਲ ਉਹ ਜਿਹੜਾ ਮੌਲਾਨਾ ਔਰੰਗਜ਼ੇਬ ਦੇ ਕੰਨ ਭਰ ਰਿਹਾ ਆ ਵੀ ਜੇ ਇਹ ਕਿਸੇ ਨੂੰ ਮਿਲਣਗੇ ਨਾ ਤੇ ਆਪਣੇ ਆਪ ਇਕੱਲੇ ਰਹਿਣਗੇ, ਤੇ ਇਹਨਾਂ ਦੇ ਮਨ ਵਿੱਚ ਵੱਖਰੇ ਵੱਖਰੇ ਖਿਆਲ ਆਉਣਗੇ ਵੀ ਇਕੱਲੇ ਰਹਿਣ ਦਾ ਕੀ ਫਾਇਦਾ ਆ, ਮੈਂ ਔਰੰਗਜ਼ੇਬ ਦੀ ਈਨ ਕਬੂਲ ਲਵਾਂ। ਸਭ ਦੇਸ਼ ਤੇ ਨਿਰਾਸ਼ ਜਬ ਹੋਏ, ਕਹਿਓ ਤੁਮਾਰੋ ਮਾਨੈ ਸੋਏ। ਕਹਿਣ ਲੱਗੇ ਜਦੋਂ ਸਾਰੇ ਪਾਸਿਆਂ ਤੋਂ ਨਾਰਾਜ਼ ਹੋ ਜਾਣਗੇ ਨਾ, ਤੇ ਫਿਰ ਆਪਣੇ ਆਪ ਤੁਹਾਡੀ ਗੱਲ ਮੰਨ ਲੈਣਗੇ। ਸੁਨ ਨੋ ਰੰਗ ਮਨ ਰਸਿਓ ਕਨੇਰਾ, ਕਿਸ ਕੇ ਹੁਕਮ ਕਰੇ ਪੁਰ ਫੇਰਾ। ਜਦੋਂ ਨਰੰਗੇ ਨੇ ਇਹ ਗੱਲ ਸੁਣੀ ਨਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੇਲ੍ਹ ਵਿੱਚੋਂ ਨਿਕਲ ਕੇ ਆਪਣੇ ਸਿੱਖ ਦੇ ਘਰੇ ਪ੍ਰਸ਼ਾਦਾ ਛਕ ਕੇ ਆਉਂਦੇ ਨੇ, ਤੇ ਉਹਨੇ ਬੜੇ ਸਰਜ ਦੇ ਨਾਲ, ਬੜੇ ਗੁੱਸੇ ਦੇ ਨਾਲ
ਇੱਕ ਗੱਲ ਕਹੀ, ਕਹਿਣ ਲੱਗਾ ਮੈਨੂੰ ਦੱਸੋ ਤੇ ਸਹੀ ਉਹ ਬਾਹਰ ਜਾਂਦੇ ਕਿੰਦੇ ਹੁਕਮ ਨਾਲ ਆ? ਮੈਂ ਤੇ ਕਿਹਾ ਹੀ ਨਹੀਂਗਾ, ਮੈਂ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਸੁੱਟਿਆ ਆ। ਐਸਾ ਹੈ ਕੌਣ ਜਿਹੜਾ ਉਹਨਾਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਦਾ ਆ? ਜਮਾਦਾਰ ਕੋ ਲਿਓ ਬੁਲਾਏ, ਤਿਸ ਕੋ ਗੁਨਾਹਾਂ ਦੇਓ ਸਜਾਏ। ਕਹਿਣ ਲੱਗੇ ਹੁਣੇ ਜਮਾਦਾਰ ਨੂੰ ਬੁਲਾਓ, ਜਿਹੜਾ ਜੇਲ੍ਹ ਦਾ ਮੁਖੀ ਏ, ਕੈਦਖਾਨੇ ਦਾ ਮੁਖੀ ਏ, ਉਹਨੂੰ ਹੁਣੇ ਬੁਲਾਓ, ਮੈਂ ਉਹਨੂੰ ਹੁਣੇ ਸਜ਼ਾ ਦਿੰਨਾ। ਵੀ ਤੈਨੂੰ ਕਿਹਨੇ ਆਖਿਆ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੇਲ੍ਹ ਵਿੱਚੋਂ ਜਾਣ ਦੇਣਾ ਆ? ਪੁਰ ਮਹਿ ਫਿਰੇ ਹੁਕਮ ਨੇ ਮੇਰੋ, ਸੋ ਕੈਸੇ ਵਿਚਰਿਓ ਨਾ ਰਹੇ ਰੋ। ਕਹਿਣ ਲੱਗੇ ਉਹ ਨਗਰ ਦੇ ਵਿੱਚ ਕਿੰਦੇ ਹੁਕਮ ਨਾਲ ਫਿਰ ਰਹੇ ਨੇ, ਕਿਹਨੇ ਇਜਾਜ਼ਤ ਦਿੱਤੀ ਏ, ਤੇ ਉਹ ਨਗਰ ਦੇ ਵਿੱਚ ਜਾ ਕੇ ਲੋਕਾਂ ਨੂੰ ਕਿੰਦੇ ਆਦੇਸ਼ ਅਨੁਸਾਰ ਮਿਲਦੇ ਹਨ? ਚੱਲ ਆਇਓ ਤਿਸ ਪੂਸ਼ਨ ਕੀਨਸ, ਤੈ ਕਿਓ ਵੈਰ ਨਿਕਸ ਭੇਦੀਨਸ। ਕਹਿਣ ਲੱਗੇ ਉਹਨੇ ਪੁੱਛਣਾ ਕੀਤਾ ਕਿ ਉਹਨੂੰ ਲਿਆਓ ਤੇ ਉਹਨੂੰ ਪੁੱਛੀਏ ਤੈਨੂੰ ਕਿੰਨੇ ਕਿਹਾ ਵੀ ਉਹਨਾਂ ਨੂੰ ਜੇਲ੍ਹ ਵਿੱਚੋਂ ਬਾਹਰ ਜਾਣ ਦੇ? ਹੁਕਮ ਦਿਓ ਤੁਝ ਕਰ ਤਕਰਾਈ, ਕੋਠਨ ਅੰਦਰ ਰਾਖ ਟਿਕਾਈ। ਮੈਂ ਤੇ ਉਹਨੂੰ ਇਹ ਹੁਕਮ ਦਿੱਤਾ ਸੀ ਵੀ ਉਹਨਾਂ ਨੂੰ ਕੋਠੜੀ ਦੇ ਵਿੱਚ ਰੱਖਣਾ ਆ, ਬੜੀ ਤਕੜਾਈ ਦੇ ਨਾਲ ਰੱਖਣਾ ਆ, ਕੋਈ ਉਹਨਾਂ ਦੇ ਉੱਪਰ ਢਿੱਲ ਨਹੀਂ ਕਰਨੀ। ਵਾਯੂ ਲਗਨ ਨਾ ਦਿਓ ਬਹਿਰ ਕੋ, ਕਠਨ ਸਥਾਨ ਰਾਖ ਦ੍ਰਿੜ ਕਰ ਕੋ। ਕਹਿਣ ਲੱਗੇ ਮੈਂ ਤੇ ਇਥੋਂ ਤੱਕ ਵੀ ਹੁਕਮ ਕੀਤਾ ਜਮਾਦਾਰ ਨੂੰ ਵੀ ਬਾਹਰ ਬੰਦੇ ਨੂੰ ਮਿਲਣ ਦੀ ਤੇ ਗੱਲ ਦੂਰ, ਤੂੰ ਤੇ ਉਹਨਾਂ ਨੂੰ ਬਾਹਰ ਦੀ ਹਵਾ ਵੀ ਨਹੀਂ ਲੱਗਣ ਦੇਣੀ, ਬਾਹਰ ਦੀ ਹਵਾ ਵੀ ਨਹੀਂ ਲੱਗਣ ਦੇਣੀ। ਵਾਜੂ ਦਾ ਅਰਥ ਹਵਾ। ਕਹਿਣ ਲੱਗੇ ਉਹਨਾਂ ਨੂੰ ਕੋਠੜੀ ਦੇ ਵਿੱਚ ਬੜੀ ਸਖਤੀ ਦੇ ਨਾਲ ਰੱਖਣਾ ਹੈ, ਬੜਾ ਉਹਨਾਂ ਨੂੰ ਪਰੇਸ਼ਾਨ ਕਰਨਾ ਆ, ਬੜਾ ਉਹਨਾਂ ਨੂੰ ਤੰਗ ਕਰਨਾ ਆ, ਤਾਂ ਜੋ ਉਹ ਇਸ ਮੁਸ਼ਕਿਲ ਭਰੇ ਜੀਵਨ ਤੋਂ ਤੰਗ ਹੋ ਕੇ ਸਾਡੀ ਈਨ ਮੰਨ ਲੈਣ। ਜਮਾਦਾਰ ਨੇ ਸੁਨਤ ਬਖਾਨਾ, ਬੈਠੇ ਰਹੇ ਏਕ ਹੀ ਥਾਨਾ। ਜਮਾਦਾਰ ਨੇ ਜਦੋਂ ਇਹ ਗੱਲ ਸੁਣੀ ਨਾ, ਉਹ ਕਹਿਣ ਲੱਗਾ ਜੀ ਤੁਹਾਨੂੰ ਕਿਹਨੇ ਇਹ ਗੱਲ ਕਹੀ? ਮੈਂ ਤੇ ਹੁਣ ਕੈਦਖਾਨੇ ਦੇ ਵਿੱਚੋਂ ਆਇਆ ਆ, ਤੇ ਮੈਂ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੁਣੇ ਹੀ ਜੇਲ੍ਹ ਦੇ ਵਿੱਚ ਇੱਕ ਰਸ ਬੈਠਾ ਹੋਇਆ ਦੇਖਿਆ। ਨਹਿ ਅੰਤਰ ਤੇ ਵਹਿਰ ਨਿਕਾਸੋ, ਜਾਨ ਕਹਾ ਪੁਰ ਕੇਰ ਵਾਸੋ। ਕਹਿਣ ਲੱਗੇ ਨਾ ਮੈਂ ਉਹਨਾਂ ਨੂੰ ਅੰਦਰੋਂ ਕਦੇ ਬਾਹਰ ਕੱਢਿਆ ਆ, ਫਿਰ ਕੋਈ ਕਿਵੇਂ ਕਹਿ ਸਕਦਾ ਵੀ ਉਹ ਨਗਰ ਦੇ ਵਿੱਚ ਫਿਰਦੇ ਹਨ? ਖਟ ਕੋ ਕਸ ਕੇ ਏਕ ਸਿਪਾਹੀ, ਗਾਂਢੋ ਠਾਂਡੋ ਰਹਿ ਤਿਨ ਪਾਹੀ। ਕਹਿਣ ਲੱਗੇ ਇਥੋਂ ਤੱਕ ਤੇ ਮੈਂ ਇੱਕ ਸਿਪਾਹੀ ਜਿਹੜਾ ਕਮਰ ਕੱਸਾ ਬਣ ਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰਾਂ ਨਾਲ ਲੈਸ ਹੋ ਕੇ ਉਹਨਾਂ ਦੇ ਉਸ ਕਮਰੇ ਦੇ ਅੱਗੇ ਖੜਾ ਰਹਿੰਦਾ ਆ ਸ਼ਸਤਰਾਂ ਦੇ ਨਾਲ। ਉਹ ਹਰ ਵੇਲੇ, ਹਰ ਪੈਰ, ਹਰ ਘੜੀ, ਹਰ ਪਲ ਉੱਥੇ ਹੀ ਖੜਾ ਰਹਿੰਦਾ ਆ, ਉਹ ਕਿਤੇ ਜਾਂਦਾ ਨਹੀਂ। ਜੇ ਉਹ ਜਾਂਦਾ ਤੇ ਕੋਈ ਦੂਜਾ ਆਉਂਦਾ ਆ, ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇਸ ਕੋਠੜੀ ਵਿੱਚੋਂ ਬਾਹਰ ਜਾਣ ਦਾ ਸਵਾਲ ਨਹੀਂ ਪੈਦਾ ਹੁੰਦਾ। ਆਠੋ ਜਾਮ ਖਰੋ ਇੱਕ ਰਹਿ, ਤਰਹਿ ਨਾ ਥਲ ਤੇ ਦ੍ਰਿਸ਼ਟ ਸੋਲ ਹੈ। ਕਹਿਣ ਲੱਗੇ ਅੱਠੇ ਪੈਰ ਜਿਹੜੇ ਸਾਡੇ ਸਿਪਾਹੀ ਨੇ ਉੱਥੇ ਖੜੇ ਰਹਿੰਦੇ ਨੇ, ਕੋਈ ਉਹਨਾਂ ਤੋਂ ਆਪਣੀ ਨਿਗਾਹ ਨਹੀਂ ਹਟਾਉਂਦਾ। ਫਿਰ ਕੋਈ ਕਿਵੇਂ ਕਹਿ ਸਕਦਾ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਸਿੱਖ ਦੇ ਘਰੇ ਪ੍ਰਸ਼ਾਦਾ ਛਕਦਿਆਂ ਦੇਖਿਆ? ਸੁਨਤ ਮੁਲਾਨੇ ਕੀਨ ਉਚਾਰਾ, ਮੈਂ ਸਿੱਖ ਕੇ ਘਰ ਆਪ ਨਿਹਾਰਾ। ਇੱਥੇ ਭਾਈ ਸੰਤੋਖ ਸਿੰਘ ਜੀ ਉਸ ਮੁੱਲਾ ਦੀ ਗੱਲ ਕਰਦੇ ਨੇ। ਉਹ ਕਹਿਣ ਲੱਗਾ ਮੈਂ ਆਪ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੱਕ ਸਿੱਖ ਦੇ ਘਰੇ ਦੇਖਿਆ ਗਿਆ। ਇੱਥੋਂ ਤੱਕ ਦਾ ਪ੍ਰਕਰਨ ਜੋ ਭਾਈ ਸਾਹਿਬ ਜੀ ਨੇ ਸਾਨੂੰ ਬੜੇ ਪਿਆਰ ਦੇ ਨਾਲ, ਬੜੇ ਸੁਚੱਜੇ ਢੰਗ ਦੇ ਨਾਲ ਲਿਖਤੀ ਰੂਪ ਵਿੱਚ ਦਿੱਤਾ ਹੈ। ਕਿਤੇ ਅਸੀਂ ਸਿੱਖ ਓਨੇ ਪਿਆਰ ਦੇ ਨਾਲ, ਓਨੇ ਸੁਚੱਜੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾਲ ਜੁੜ ਕੇ ਉਹਨੂੰ ਪਿਆਰ ਨਾਲ ਪੜ੍ਹ ਕੇ ਐਸੀਆਂ ਗਥਾਵਾਂ ਸਾਖੀਆਂ ਨੂੰ ਸਮਝ ਸਕੀਏ। ਅੱਜ ਸਾਡੇ ਕੋਲ ਸਮਝਣ ਦਾ ਮਾਦਾ ਨਹੀਂ ਰਿਹਾ। ਸਾਖੀ ਇਹ ਸੱਚ ਜੇ, ਪਰੰਤੂ ਅੱਜ ਸਾਡੇ ਕੋਲ ਉਹ ਮਾਦਾ ਨਹੀਂ। ਜੇ ਆਪਾਂ ਕਿਸੇ ਅੰਨੇ ਨੂੰ ਕਹੀਏ ਨਾ ਭਲਿਆ ਸੂਰਜ ਵੀ ਹੈਗਾ ਆ, ਉਹ ਕਹੇਗਾ ਹੀ ਨਹੀਂ ਹੈਗਾ। ਤੇ ਕਿਤੇ ਨਾ ਕਿਤੇ ਇੱਕ ਗੱਲ ਕਹੀ ਜਾ ਸਕਦੀ ਨੇ ਵੀ ਇੱਕ ਅੰਨੇ ਕੋਲ ਉਹ ਮਾਦਾ ਨਹੀਂ ਕਿ ਉਹ ਸੂਰਜ ਦੀ ਰੋਸ਼ਨੀ ਜਾਣ ਸਕੇ। ਕਿਤੇ ਨਾ ਕਿਤੇ ਸਾਡੇ ਵੀ ਉਹਨਾਂ ਭਰਾਵਾਂ ਕੋਲ ਮਾਦਾ ਨਹੀਂਗਾ, ਉਹਨਾਂ ਕੋਲ ਉਹ ਸ਼ਮਤੀ ਨਹੀਂ, ਜਾਂ ਮੈਂ ਇਹ ਕਹਾਂ ਉਹਨਾਂ ਦੇ ਉੱਪਰ ਸਤਿਗੁਰੂ ਦੀ ਹਾਲੇ ਕਿਰਪਾ ਹੀ ਨਹੀਂ ਹੋਈ ਕਿ ਉਹ ਐਸੀਆਂ ਗੱਲਾਂ ਨੂੰ ਸਮਝ ਸਕਣ। ਇਹ ਇੱਕ ਗੁਰਸਿੱਖ ਦੇ ਜੀਵਨ ਵਿੱਚ ਵਾਪਰਦੀਆਂ ਨੇ। ਇਹਨਾਂ ਨੂੰ ਸਮਝਣਾ ਆ, ਵਿਚਾਰਨਾ ਆ। ਸਾਹਿਬ ਜੀ ਕਿਰਪਾ ਕਰਨ,
ਇਥੋਂ ਤੱਕ ਦੀ ਵਿਚਾਰ ਅੱਜ ਆਪਾਂ ਨੇ ਸਰਵਣ ਕੀਤੀ ਹੈ। ਅਗਲੇ ਦੀ ਵਿਚਾਰ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਰਹਿਮਤ ਬਖਸ਼ਿਸ਼ ਹੋਈ। ਇਥੋਂ ਤੱਕ ਦੀਆਂ ਵਿਚਾਰਾਂ ਸਰਵਣ ਕੀਤੀਆਂ ਨੇ। ਕੋਟਾਨ ਕੋਟਾਨ ਆਪ ਸੰਗਤਾਂ ਦਾ ਸ਼ੁਕਰੀਆ, ਧੰਨਵਾਦ। ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖੋ, ਪੁਲਾਣਾ ਚਿਤਾਰਨੀਆਂ, ਗੁਰਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।